सत श्री अकाल, नमस्कार, आदाब दर्शकों। मैं तुहाडा गुरलाल हाजिर प्रोग्राम ओपन प्लेटफॉर्म लैके जस पंजाबी के मंच तो तुसीं देख रहे हो जस टीवी, हक सच ते आवाम की आवाज़। दर्शकों, आपां राजनीति दीयां गल्लां कर लीए, सोशल समाज दे विच की चल रहा उहदियां गल्लां कर लीए, पर एक बड़ा गंभीर मुद्दा है जिहदे उत्ते गल करनी बनदी है। वो हैगे आ कि जिहड़ी सोसाइटल इरोजन समाज दे विच जिहड़ियां वंडियां पै रहीआं, जे कंटिन्यू इदां ही जारी रहा कि आने वाले नीयर फ्यूचर दे विच टैक्नोलॉजी ते साइंस ते या फिर तुसीं हिसाब ला लो भी इकॉनमी ते या एनवायरनमेंट ते की ये चीज़ जिहड़ी है किन्ना क असर पाऊगी ते इहदे कॉन्सिक्वेंसिस की होणगे। ठीक है, आने वाला जिहड़ा 2024 है उहदे विच वड्डी डेमोक्रेसी जिहड़ी हैगी है इंडिया ते उस तो बाद अमेरिका, इन्हां दे विच इलैक्शन भी आने वाले और इलैक्शन तो बाद जे आ चीज़ लगातार जारी रही कि असीं पावर्टी, हंगर कि ये जिहड़ियां प्रॉब्लमां आ इहनूं सॉल्व कर सकांगे जे आ सोसाइटल इरोजन की जिहड़ी प्रॉब्लम है, जिहड़ी आ वंडियां पाउण वाला काम चल रहा है, पोलराइजेशन का चल रहा है, ये सारियां गल्लां ते झात पाउण नूं आपां दे नाल बने हुए ने गुरु अंगद देव वैटरनरी एंड साइंस यूनीवर्सिटी के बानी जिहड़े मैंबर आ फाउंडर मैंबरां चों एक डॉक्टर शपाल सिंह बाजवा सर नाल बने हुए ने उचेचे तौर पर शिकागो। डॉक्टर साहब बहुत बहुत स्वागत जी तुहाडा जस पंजाबी के मंच ते। सत श्री अकाल जी गुरलाल जी, तुहाडा भी और तुहाडे जस टीवी का ते तुहाडे दर्शकों का भी। जी जी डॉक्टर साहब, मुद्दा बड़ा गंभीर है, बड़े ध्यान नाल तुहानूं हौली हौली समझाउणा पैना, पर फस्ट ऑफ ऑल ये दसो कि जिहड़ा ग्लोबल चैलेंजिस तुसीं नीयर फ्यूचर की देख रहे हो। देखो गुरलाल जी, जदों दी ये डैकेड शुरू हुई है जी 2020 ਦੀ ਤੇ 2030 तक इन्हें जाना, ਇਹਦੇ ਪਹਿਲੇ ਸਾਲ 'ਚ ਹੀ ਇੱਕ ਬੜੀ ਭਿਆਨਕ ਬਿਮਾਰੀ ਵੱਡੇ ਰੂਪ ਤੇ ਸਾਰੀ ਦੁਨੀਆ 'ਚ ਜਿਹਨੂੰ ਅਸੀਂ कोविड-19 ਪੈਂਡੈਮਿਕ ਕਹਿੰਦੇ, ਸੋ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ, ਹਰ ਇੱਕ ਨੂੰ ਪਤਾ। ਉਹ ਜਦੋਂ ਹਾਲੇ ਉਹ ਥੋੜਾ ਜਿਹਾ ਦੁਨੀਆ ਨੇ ਉੱਤੇ ਕੰਟਰੋਲ ਕੀਤਾ ਤੇ ਉਹ ਥੋੜੀ ਨਾਰਮਲ ਹਾਲਾਤ ਆਉਣ ਦੀ ਕੋਸ਼ਿਸ਼ ਕਰ ਰਹੇ ਸੀ, ਇੱਕ ਬੜੀ ਵੱਡੀ ਹੋਰ ਹੈਪਨਿੰਗ ਹੋ ਗਈ ਕਿ ਰਸ਼ੀਆ ਨੇ ਯੂਕਰੇਨ ਤੇ ਅਨਪ੍ਰੋਵੋਕਡ ਅਟੈਕ ਕਰ ਦਿੱਤਾ। ਉਸ ਅਟੈਕ ਦੇ ਨਾਲ ਕੀ ਹੋਇਆ, ਇੱਕ ਤਾਂ ਜਿਹੜੀ ਰਿਫਿਊਜੀ ਪ੍ਰੋਬਲਮ, ਦੂਜੀਆਂ ਲੋਕਾਂ ਦੀਆਂ ਹਿਊਮਨ ਸਫਰਿੰਗ, ਉਹਨਾਂ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀਆਂ ਕੀਮਤਾਂ ਫੂਡ ਦੀਆਂ ਸੀ, ਕਿਉਂਕਿ ਯੂਕਰੇਨ ਵਨ ਆਫ ਦਾ 6 ਬਾਸਕਟ ਆਫ ਦਾ ਵਰਲਡ ਆ ਫੂਡ ਪ੍ਰੋਡਕਸ਼ਨ, ਔਰ ਉੱਥੋਂ ਐਨਰਜੀ ਤੇ ਗੈਸ ਵੀ ਬਹੁਤ ਮਿਲਦੀ ਹੈ, ਉਹਨਾਂ ਦੀਆਂ ਪ੍ਰਾਈਸਿਸ ਅਪ ਹੋ ਗਈਆਂ। ਜਦੋਂ ਫਿਰ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਉਹ ਪਹਿਲੇ 3 ਸਾਲਾਂ 'ਚ ਉਹ ਇੰਨੀਆਂ ਕੰਪਾਊਂਡ ਹੋ ਗਈਆਂ ਕਿ ਜਿਹੜੀ ਅਸੀਂ ਯੂਨਾਈਟਿਡ ਨੇਸ਼ਨ ਦੇ ਸਪੈਸ਼ਲ ਡਿਵੈਲਪਮੈਂਟਲ ਗੋਲ ਟਾਰਗੇਟ ਜਿਹੜੇ 2015 'ਚ ਮਿਥੇ ਗਏ ਸੀ, ਜਿੰਨੀ ਕੁ ਉਹਨਾਂ ਨੇ ਤਰੱਕੀ ਕੀਤੀ ਸੀ, ਇਹਨਾਂ ਜਿਹੜੀਆਂ ਮੁਸੀਬਤਾਂ ਆਈਆਂ ਉਹ ਖਿੱਚ ਕੇ ਉਹਨੂੰ ਆਲਮੋਸਟ ਉੱਥੇ ਨਾਰਮਲ ਤੇ ਹੀ ਲੈ ਗਏ। ਹੋਣਾ ਜੇ ਚਾਹੀਦਾ ਸੀ ਵੀ ਜਿਹੜੇ 7 ਸਾਲ ਸਾਡੇ ਆ ਉਹ ਮਿਡ ਪੁਆਇੰਟ ਹੈ ਸਾਡਾ ਉਹਨਾਂ ਟਾਰਗੇਟ ਦਾ, ਟੂ ਰਿਮੂਵ ਪਾਵਰਟੀ ਐਂਡ ਹੰਗਰ ਫਰਮ ਦਾ ਵਰਲਡ, ਲੋਕਾਂ ਨੂੰ ਐਜੂਕੇਸ਼ਨ, ਹੈਲਥ ਸਰਵਿਸਿਜ਼, ਚੰਗੀ ਸੈਨੀਟੇਸ਼ਨ, ਚੰਗਾ ਸਾਫ਼ ਪਾਣੀ ਦੇਣਾ। ਪਰ ਸਾਡਾ ਉਹ ਜਿਹੜਾ ਮੁੱਦਾ ਹੈ ਉਹ ਟਾਰਗੇਟ ਤੋਂ ਖਿਸਕਦਾ ਨਜ਼ਰ ਆ ਰਿਹਾ। ਤੋਂ ਇਸ ਤੋਂ ਅੱਗੇ ਅਸੀਂ ਇਹ ਦੇਖਦੇ ਹਾਂ ਵੀ ਜਿਹੜੇ ਪੁਰਾਣੇ ਓਲਡਰ ਰਿਸਕ ਸੀਗੇ ਉਹ ਫਿਰ ਵਾਪਸ ਆ ਗਏ, ਇਨਫਲੇਸ਼ਨ ਵੀ ਆ ਗਈ, ਕਾਸਟ ਆਫ ਲਿਵਿੰਗ ਵੀ ਵੱਧ ਗਈ, ਔਰ ਜਿਹੜੀਆਂ ਸਾਡੀਆਂ ਕੈਪੀਟਲ ਆਊਟਫਲੋ ਹੈ ਮਾਰਕੀਟ ਤੋਂ ਉਹ ਡਾਊਨ ਹੋ ਗਿਆ, ਜਿਹੜੀ ਪੋਲੀਟੀਕਲ ਕਨਫਰੰਟੇਸ਼ਨ ਵੱਧ ਗਈਆਂ, ਜਿਹੜੀਆਂ ਪ੍ਰੋਲੀਫਿਕੇਸ਼ਨ ਆਫ ਨਿਊਕਲੀਅਰ ਵੈਪਨ ਐਂਡ ਵਾਰ ਥ੍ਰੈਟਸ ਅਰਾਊਂਡ ਦਾ ਵਰਲਡ ਉਹ ਵੱਧ ਗਈਆਂ। ਤੋ ਇਸ ਕਰਕੇ ਜਿਹੜੇ ਪਾਲਿਸੀ ਮੇਕਰ ਹੈ ਅੱਜ ਦੇ ਨਵੇਂ ਔਰ ਜਿਹੜੇ ਬਿਜ਼ਨਸ ਲੀਡਰ ਹੈ, ਉਹਨਾਂ ਨੇ ਇੱਕ ਬਹੁਤ ਇਕਾਨਮੀ ਨੂੰ ਗਰੋ ਹੁੰਦਿਆਂ ਵੇਖਿਆ। ਇਹਨਾਂ ਇਹੋ ਜਿਹੀਆਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਉਹ ਉਹਦੇ ਨਾਲ ਇੰਨੇ ਇਕੁਇਪ ਨਹੀਂ ਗਏ, ਤੋ ਇਸ ਕਰਕੇ ਇਹ ਵੀ ਇੱਕ ਹੋਰ ਖਰਚਾ ਹੈ। ਸੋ ਇਹ ਜਿਹੜੇ ਹੁਣ ਇਸ਼ੂ ਹੈ ਜਿੰਨੇ ਮੈਂ ਤੁਹਾਨੂੰ ਦੱਸਿਆ, ਇਹ ਬੜੇ ਐਂਪਲੀਫਾਈ ਹੋ ਗਏ ਆ ਵਰਲਡ ਲੈਵਲ ਤੇ। ਅਨਸਸਟੇਨੇਬਲ ਲੈਵਲ ਆਫ ਫਾਈਨੈਂਸ਼ੀਅਲ ਡੈਟਸ ਹੋ ਗਏ, ਲੋ ਗਲੋਬਲ ਇਨਵੈਸਟਮੈਂਟਸ ਹੋ ਗਈਆਂ, ਡੀ ਗਲੋਬਲਾਈਜੇਸ਼ਨ ਹੋ ਰਹੀ ਹੈ, ਡਿਕਲਾਈਨ ਇਨ ਹਿਊਮਨ ਡਿਵੈਲਪਮੈਂਟ, ਸਪੈਸ਼ਲ ਡਿਵੈਲਪਮੈਂਟ ਇੰਡੈਕਸ, ਇਨਕਰੀਜ਼ ਆਫ ਡਿਜ਼ੀਜ਼, ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ। ਔਰ ਇਹਨਾਂ ਤੋਂ ਉੱਤੇ ਇੱਕ ਹੋਰ ਥ੍ਰੈਟ ਬੜੀ ਵੱਧ ਰਹੀ ਹੈ ਜਿਹੜੀ ਕਲਾਈਮੇਟ।
ਕਲਾਈਮੇਟ ਦੇ ਆਪਾਂ ਆਫ ਕੋਰਸ ਨੁਕਸਾਨ ਵੀ ਡਾਕਟਰ ਸਾਹਿਬ ਕਲਾਈਮੇਟ ਤੇ ਆ ਜਿਹੜੀਆਂ ਚੀਜ਼ਾਂ ਤੁਸੀਂ ਬਹੁਤ ਵਧੀਆ ਦੱਸ ਰਹੇ ਹੋ, ਤੁਸੀਂ ਕੰਟੀਨਿਊ ਜਾਰੀ ਰੱਖਿਓ, ਪਰ ਮੈਂ ਇਹਦੇ ਵਿੱਚ ਇੱਕ ਦਰਸ਼ਕਾਂ ਨਾਲ ਇੱਕ ਚੀਜ਼ ਵਿੱਚ ਫਿੱਟ ਕਰਨੀ ਚਾਹੁੰਦਾ। ਪਹਿਲਾਂ ਇਹ ਦੱਸੋ ਕਿ ਵਾਟ ਇਜ਼ ਸੋਸ਼ਲਿਜ਼ਮ ਐਂਡ social democracy, is it same or is it different in your opinion? ਨਹੀਂ, ਇਹ ਡਿਫਰੈਂਸ ਹੈ। ਇਹ ਆਪਣੇ ਅੱਗੇ ਮੈਂ ਕਵਰ ਕਰਨਾ ਇਹਨੂੰ ਜੀ ਜੀ, ਉਹਦੀ ਵਾਰੀ ਆਏਗੀ ਬਕਾਇਦਾ ਇੱਕ ਟੌਪਿਕ 'ਚ। ਸੋ ਆਪਾਂ ਹਾਲੇ ਜਿਹੜੀਆਂ ਪ੍ਰੋਬਲਮਸ ਹੈ ਨਾ, ਜੀ। ਕਿਉਂਕਿ ਇਹਨਾਂ ਨੂੰ ਜੇ ਸਮਝ ਲਵਾਂਗੇ ਤੇ ਸਾਨੂੰ ਉਹ ਸਾਰੀ ਜਿਹੜੀ ਸੋਸ਼ਲ ਕੋਹੀਜਨ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਉਹ ਸਮਝ ਆ ਜਾਏਗੀ। ਜੀ। ਹੁਣ ਇਹ ਸਾਰੀਆਂ ਜਿੱਥੋਂ ਆਪਾਂ ਗੱਲ ਕੀਤੀ ਬਈ ਗਲੋਬਲ ਕਲਾਈਮੇਟ ਚੇਂਜ ਆ ਰਹੀ, ਦੇਖ ਲਓ ਪਾਕਿਸਤਾਨ ਪਿਛਲੀ ਵਾਰੀ, ਇੰਡੀਆ, ਪੰਜਾਬ, ਨਾਰਥ ਇੰਡੀਆ ਐਤਕਾਂ, ਗ੍ਰੀਸ ਵਿੱਚ, ਕੈਲੀਫੋਰਨੀਆ, ਐਡਮੰਟਨ, ਕਿੱਥੇ ਕਿੱਥੇ ਦੁਨੀਆ 'ਚ ਜਿਹੜਾ ਕਲਾਈਮੇਟ ਹੈ ਗਲੋਬਲ ਵਾਰਮਿੰਗ ਇਹ ਨੁਕਸਾਨ ਨਹੀਂ ਕਰ ਰਹੀ। ਔਰ ਇਹਨਾਂ ਨਾਲ ਜਿਹੜੀ ਸਾਡੀ ਇਕਾਨਮੀ ਹੈ ਜਾਂ ਜਿਹੜੀ ਸਾਡੀ GDP ਹੈ ਜਾਂ ਜਿਹੜੇ ਸਾਡੇ ਰਿਸੋਰਸਿਸ ਹੈ ਉਹ ਹੋਰ ਘਟਦੇ। ਹੁਣ ਵਰਲਡ ਇਕਨੋਮਿਕ ਫੋਰਮ ਦਾ ਇੱਕ ਸਰਵੇ ਹੈ ਜਿਹਨੂੰ ਕਿਹਾ ਜਾਂਦਾ ਹੈ ਗਲੋਬਲ ਰਿਸਕ ਪਰਸੈਪਸ਼ਨ ਸਰਵੇ। ਉਹਨਾਂ ਨੇ 3 ਤਰ੍ਹਾਂ ਦੇ ਸਰਵੇ ਕੱਢੇ। ਇੱਕ ਤਾਂ ਇਮੀਡੀਏਟ, ਜਿਹੜੇ ਕਰੰਟ ਮੈਂ ਤੁਹਾਨੂੰ ਦੱਸੇ ਜਿਹੜੇ ਕਿ ਅਨਫੋਲਡ ਹੋ ਗਏ, ਇੱਕ ਜਿਹੜੇ ਤੇ 2023 ਤੋਂ 2025 ਤੱਕ, ਔਰ ਦੂਜੇ ਜਿਹੜੇ ਸਾਰੇ ਇਸ ਡੈਕਡ ਦੇ। ਉਹ ਸਮਝਣੇ ਨਾ ਬਹੁਤ ਜ਼ਰੂਰੀ ਹੈ। ਉਹਨਾਂ 'ਚ ਇਸ ਤਰ੍ਹਾਂ ਹੈ ਬਈ ਜਿਹੜੇ ਉਹ ਰਿਸਕ ਹੈ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਦੱਸਣ ਦੀ, ਰੈਂਕ ਇਨ ਦਾ ਆਰਡਰ ਆਫ ਦੇਅਰ ਸਿਵੀਅਰਿਟੀ। ਸੋ ਜਿਹੜਾ ਮੈਂ ਪਹਿਲਾਂ ਬੋਲੂੰਗਾ ਉਹ ਸਭ ਤੋਂ ਉੱਤੇ ਹੈ, ਜਿਹੜਾ 10ਵਾਂ ਹੈ ਉਹ ਥੱਲੇ ਹੈ। ਸੋ ਇਸ ਕਰਕੇ ਜਿਹੜੇ ਸ਼ਾਰਟ ਟਰਮ ਹੈ 10 ਉਹ ਕੀ, ਕਾਸਟ ਆਫ ਲਿਵਿੰਗ, ਕੋਲਾ, ਨੈਚੁਰਲ ਡਿਜ਼ਾਸਟਰਸ, ਐਕਸਟ੍ਰੀਮ एनवायरमेंटल events, geo-economical confrontations, failure to mitigate climate change, erosion of social cohesion and social polarization. ये नंबर 5 ਤੇ ਹੈ। social polarization। ਅੱਗੋਂ ਨੰਬਰ 6 ਤੇ ਆਏਗਾ large scale environmental damage, failure to adapt to climate, widespread cyber attacks, ਜਿਹੜੇ ਸਾਡੇ public utility infrastructure, ਫਿਰ natural resources crisis ਤੇ large scale involuntary human migration। ਔਰ ਜਿਹੜੇ 10 ਸਾਲਾਂ ਦੇ ਆ ਇਹਨੂੰ ਆਪਾਂ ਸ਼ਾਰਟ ਕਰ ਦਿੰਦੇ ਆ 10 ਮੈਂ ਤੁਹਾਨੂੰ ਦੱਸ ਦਿੱਤੇ। what does this report conclude? ਇਹਦਾ ਮਤਲਬ ਕੀ ਹੈ, ਸੋ ਜੋ ਦਰਸ਼ਕਾਂ ਨੂੰ ਇਹ ਗੱਲ ਸਮਝ ਆ ਸਕੇ। ਜਿਹੜੇ ਅਗਲੇ 2 ਸਾਲ ਜੀ ਉਹਦੇ ਵਿੱਚ ਜਿਹੜੇ ਟਾਪ 5 ਮੁੱਦੇ ਜਾਂ ਜਿਹੜੀਆਂ ਪ੍ਰੋਬਲਮ ਜਾਂ ਜਿਹੜੀਆਂ ਚੈਲੰਜਸ ਦੁਨੀਆ ਸਾਹਮਣੇ ਹੈ, ਉਹਨਾਂ ਚੋਂ ਨੰਬਰ 1 ਤੇ ਨੰਬਰ 5 ਉਹ ਤੇ ਕਨੈਕਟਡ ਆ ਸੁਸਾਇਟੀਜ਼ ਦੇ ਨਾਲ, ਸਮਾਜ ਦੇ ਨਾਲ। ਤੋਂ 5 ਚੋਂ 2 ਮਤਲਬ 40%। ਜਿਹੜੇ ਨੰਬਰ 2 ਐਂਡ 4 ਹੈ ਉਹ ਵੀ ਇਨਡਾਇਰੈਕਟਲੀ ਸਮਾਜ ਨਾਲ ਹੀ ਰਲੇ, ਉਹ ਸਾਡੀ ਕਲਾਈਮੇਟ ਤੇ এনवायरमेंट। ਸੋ ਇਹਦਾ ਮਤਲਬ ਹੈ 80% 40% ਕਵਰ ਕਰ ਲਿਆ এনवायरमेंट, ਕਲਾਈਮੇਟ ਤੇ ਸਾਡੀ ਸੁਸਾਈਟਲ ਇਸ਼ੂਜ਼ ਨੇ। ਔਰ ਜਿਹੜਾ ਨੰਬਰ 3 ਹੈ ਉਹਦੇ 'ਚ ਜਿਹੜਾ ਮਿਡਲ 20% ਉਹ ਸਾਈਬਰ ਅਟੈਕ ਆ, ਜਿਹੜੇ ਅੱਜ ਕੱਲ੍ਹ ਛੋਟੇ ਮੋਟੇ ਬੈਂਕਾਂ ਦੇ ਫਰਾਡ, ਦੂਜੇ ਤੀਜੇ ਕਈ ਵਾਰੀ ਥ੍ਰੈਟਸ ਆਉਂਦੀਆਂ। ਸੋ ਉਹਦਾ ਹੁੰਦਾ ਕੀ ਹੈ ਕਿ ਸਾਨੂੰ ਦੁਨੀਆ ਨੂੰ ਬਹੁਤ ਜ਼ਿਆਦਾ ਪੈਸਾ ਖਰਚ ਕਰਨਾ ਪੈਂਦਾ ਹੈ ਸਾਈਬਰ ਸਿਕਿਉਰਿਟੀ ਤੇ, ਕਿਉਂ ਐਵਰੀਥਿੰਗ ਇੰਟਰਨੈਟ ਕਨੈਕਟਡ ਹੋ ਗਿਆ, ਸਾਰੇ ਸਾਡੇ ਸਿਸਟਮ ਇਹ ਉਹ ਐਟ ਦਾ ਟੱਚ ਆਫ ਦਾ ਬਟਨ ਹੋ ਗਏ। ਇਸ ਕਰਕੇ ਉੱਥੇ ਬੜਾ ਪੈਸਾ ਲੱਗਦਾ, ਜਿਹੜਾ ਕਿ ਉਹ ਫਜ਼ੂਲ ਹੈ। ਅਗਰ ਅਮਨ ਅਮਾਨ ਸ਼ਾਂਤੀ ਹੋਵੇ ਤੇ ਉਹ ਕੀ ਲੋੜ ਹੈ ਉੱਥੇ ਪੈਸੇ ਖਰਚਣ ਦੀ। ਪਰ ਇਹ ਸਭ ਕੰਟਰੀਆਂ ਦਾ ਇਹਦੇ ਤੇ ਖਰਚਾ ਹੈ। ਓਵਰਆਲ ਜਿਹੜੇ 10 ਸਾਲਾਂ ਦੇ ਹੈ, 10 ਸਾਲਾਂ ਦੇ ਉਹਨਾਂ 'ਚ 5 ਕਲਾਈਮੇਟ ਨਾਲ ਹੈ ਜੀ, 3 ਸੁਸਾਇਟੀਜ਼ ਦੇ ਨਾਲ ਹੈ, 1 ਇਕਨੋਮਿਕ ਕਨਫਰੰਟੇਸ਼ਨ ਹੈ ਤੇ 1 ਸਾਈਬਰ ਸਿਕਿਉਰਿਟੀ ਹੈ। ਸੋ ਇਸ ਕਰਕੇ ਹੁਣ ਤੁਸੀਂ ਇਹ ਵੇਖੋ ਬਈ ਸਮਾਜ ਤੇ ਕਲਾਈਮੇਟ ਇਹ ਉੱਭਰ ਕੇ ਆਏ ਹੈ। ਔਰ ਇਹਨਾਂ ਤੋਂ ਅਗਲਾ ਨੰਬਰ ਆਉਂਦਾ ਹੈ ਸਾਈਬਰ ਅਟੈਕ ਦਾ, ਤੇ ਜਿਹੜੀਆਂ ਸਾਡੀਆਂ ਜੀਓਪੋਲਿਟੀਕਲ ਕਨਫਰੰਟੇਸ਼ਨਸ ਹੈ ਉਹ ਅਲੱਗ ਹੈ। ਸੋ ਇਸ ਕਰਕੇ ਓਵਰਆਲ 10 ਸਾਲਾਂ 'ਚ 6 ਰਿਲੇਟਡ ਟੂ ਕਲਾਈਮੇਟ, 2 ਰਿਲੇਟਡ ਟੂ ਸੁਸਾਇਟੀਜ਼, 1 ਰਿਲੇਟਡ ਟੂ ਸਾਈਬਰ ਅਟੈਕ ਤੇ 1 ਟੂ ਆਪਣੀ ਜੀਓਪੋਲਿਟੀਕਲ ਇਕਨੋਮਿਕਸ। ਹੁਣ ਆਪਣਾ ਜਿਹੜਾ ਅਗਲਾ ਸਵਾਲ ਹੈ
ਉਹ ਇਹ ਹੈ ਕਿ ਵਾਟ ਇਜ਼ ਸੋਸ਼ਲਿਜ਼ਮ ਐਂਡ ਵਾਟ ਇਜ਼ ਸੋਸ਼ਲ ਡੈਮੋਕ੍ਰੇਸੀ। democracy। ਤੁਸੀਂ ਮੈਨੂੰ ਪੁੱਛਿਆ ਸੀ। ਜੀ ਜੀ ਜੀ। ਦੇਖੋ ਸੋਸ਼ਲਿਜ਼ਮ ਇੱਕ ਕਲੈਕਟਿਵ ਕੰਟਰੋਲ ਆਫ ਮੀਨਸ ਹੈ। ਮੀਨਸ ਕੀ ਹੈ? ਪ੍ਰੋਡਕਸ਼ਨ, ਇੰਡਸਟਰੀ, ਵੈਲਥ। ਉਹ ਕਲੈਕਟਿਵਲੀ ਕੰਟਰੋਲ ਹੁੰਦਾ ਹੈ ਇਨ ਬਿਟਵੀਨ ਸੋਸਾਇਟੀ ਐਂਡ ਦਾ ਗਵਰਨਮੈਂਟ। ਤੇ ਜਿਹੜੇ ਉਹਦੇ ਬੈਨੀਫਿਟਸ ਹੁੰਦੇ ਆ ਉਹ ਇਕੁਅਲੀ ਡਿਵਾਈਡ ਕੀਤੇ ਜਾਂਦੇ ਆ। ਉਹਦਾ ਇਹ ਮਤਲਬ ਹੈ ਵੀ ਕਲਾਸ ਲੈਸ ਸੁਸਾਇਟੀ ਹੁੰਦੀ ਹੈ ਜਿੱਥੇ ਕਿ ਐਵਰੀਬਾਡੀ ਗੈਟਸ ਦਾ ਇਕੁਅਲ ਸ਼ੇਅਰ। ਸੋ ਜਿਹੜੀ ਆਪਾਂ ਅੱਜ ਗੱਲ ਕਰਨ ਲੱਗੇ ਆ ਇਹ ਹੈ ਸੋਸ਼ਲਿਜ਼ਮ, ਜਿਹੜੀ ਆਪਣੀ ਗੱਲ ਹੈ। ਔਰ ਇਹਦੇ ਅੱਗੋਂ ਇੱਕ ਹੋਰ ਚੀਜ਼ ਹੈ, ਉਹ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਸੋਸ਼ਲ ਡੈਮੋਕ੍ਰੇਸੀ ਕੀ ਹੈ। ਸੋਸ਼ਲ ਡੈਮੋਕ੍ਰੇਸੀ ਇਜ਼ ਨਾਟ ਸੋਸ਼ਲਿਜ਼ਮ। ਪਹਿਲੀ ਤਾਂ So ਗੱਲ there are two different things। ਹਾਂ, ਦੇ ਆਰ ਟੂ ਡਿਫਰੈਂਟ। ਜੀ ਜੀ। ਇਹ ਕੀ ਹੈ? ਇਹ ਪੋਲੀਟੀਕਲ ਐਂਡ ਇਕਨੋਮਿਕ ਆਈਡੀਓਲੋਜੀ ਹੈ that combines the elements of both socialism, capitalism and mixed market economy। ਸੋ ਇਹਦੇ ਵਿੱਚ ਦੋਵਾਂ ਚੀਜ਼ਾਂ ਨੂੰ ਗਰੋ ਕਰਨ ਦਾ ਜਿਹੜਾ ਹੈ ਸਕੋਪ ਦਿੱਤਾ ਜਾਂਦਾ ਹੈ। ਜਿਹੜੀ ਸਾਡੀ ਸੁਸਾਇਟੀ ਦੇ ਪੋਲੀਟੀਕਲ ਇਕਨੋਮਿਕ ਸਿਸਟਮ ਵੀ ਉਹਨੂੰ ਸਰਕਾਰ ਵੀ ਕੰਟਰੋਲ ਕਰਦੀ ਹੈ, ਨਾਲ ਦੀ ਨਾਲ ਉਹ ਜਿਹੜੀਆਂ ਕੈਪੀਟਲਿਸਟਿਕ ਜਾਂ ਪ੍ਰਾਈਵੇਟ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਵੀ ਉਹ ਬੜੋਤਰੀ ਦਿੰਦੇ। ਸੋ ਇਹ ਜਿਹੜਾ ਸਿਸਟਮ ਹੈ ਫਿਰ ਜਿਹੜਾ ਇਹ ਤੁਸੀਂ ਬਹੁਤ ਵਧੀਆ ਦੱਸਿਆ ਕਿ ਦੇਰ ਟੂ ਡਿਫਰੈਂਟ ਥਿੰਗ। ਹੁਣ ਇੱਥੇ ਕੁਐਸਚਨ ਖੜਾ ਹੋ ਜਾਂਦਾ ਹੈ, ਉਹ ਇਹ ਹੈ ਕਿ ਗਲੋਬਲ ਪੋਲੀਟੀਕਲ ਸਿਸਟਮ ਕੀ ਹੈ ਇਨ ਗਵਰਨੈਂਸ ਦੇ ਵਿੱਚ। ਜੇ ਕਨੈਕਟ ਕਰਕੇ ਦੇਖੀਏ ਕਿ ਗਲੋਬਲ ਪੋਲੀਟੀਕਲ ਸਿਸਟਮ ਆਫ ਗਵਰਨੈਂਸ, ਫਿਰ ਦੇਖੋ ਅੱਗੇ ਵੀ ਆ ਕੇ ਦੱਸ ਦਿਆਂਗੇ ਪਰ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਜੀ ਜੀ ਜ਼ਿਆਦਾ ਜਿਹੜੇ ਕਿਉਂਕਿ ਇਹ ਕਨੈਕਟ ਕਰ ਰਹੀ ਹੈ। ਹੁਣ ਤੁਸੀਂ ਦੇਖੋ ਨਾ, ਕਨੈਕਟ ਕਰੂਗੀ, ਤੁਸੀਂ ਦੇਖ ਲਿਓ ਇੱਕ ਕੁਐਸਚਨ ਖੜਾ ਹੋਊਗਾ ਜੀ। ਕਨੈਕਟ ਹੋ ਜਾਏਗਾ। ਪਰ ਇਹ ਜਿਹੜਾ ਅਸੀਂ ਸਿਸਟਮ ਸੋਸ਼ਲ ਡੈਮੋਕ੍ਰੇਸੀ ਦਾ ਦੱਸ ਰਹੇ ਹਾਂ, ਇਹ ਸਪੋਰਟ ਕਰਦਾ ਹੈ ਯੂਨੀਵਰਸਲ ਹੈਲਥ ਕੇਅਰ, ਐਜੂਕੇਸ਼ਨ, ਸਟਰੋਂਗ ਵਰਕਰ ਰਾਈਟ, ਪ੍ਰਾਈਵੇਟ ਸੈਕਟਰ ਵੈਲਫੇਅਰ ਸਿਸਟਮ ਐਂਡ ਸੇਫਟੀ ਨੈਟ ਫਾਰ ਸਿਟੀਜ਼ਨ। ਸੋ ਇਹਦੇ ਵਿੱਚ ਦੋਨੇ ਚੀਜ਼ਾਂ ਗਰੋ ਹੁੰਦੀਆਂ, ਸੁਸਾਇਟੀ ਵੀ ਗਰੋ ਹੁੰਦੀ ਹੈ, ਬਿਜ਼ਨਸ ਵੀ ਗਰੋ ਹੁੰਦਾ ਹੈ, ਗਵਰਨਮੈਂਟ ਦੇ ਰੈਗੂਲੇਸ਼ਨ ਵੀ ਹੁੰਦੇ ਹੈ। ਸੋ ਗਵਰਨਮੈਂਟ ਟੋਟਲ ਵੈਲਥ ਕੰਟਰੋਲ ਦੇ ਵਿੱਚ ਰੈਗੂਲੇਸ਼ਨ ਆਪਣੇ ਕੋਲ ਨਹੀਂ ਰੱਖਦੀ। ਸੋ ਉਹ ਹਰ ਇੱਕ ਨੂੰ ਜਿਹੜੀ ਹੈ ਫਲਰਿਸ਼ ਹੋਣ ਦਾ ਤਰੀਕਾ ਦਿੰਦਾ। ਔਰ ਜਿਹੜੀਆਂ ਅੱਗੋਂ ਹੈ ਜਿਹੜੇ ਦੁਨੀਆ ਦੇ ਪੋਲੀਟੀਕਲ ਸਿਸਟਮ ਹੈ ਜਿਹੜੀ ਆਪਾਂ ਗੱਲ ਕੀਤੀ ਸੀ, ਉਹ ਮੇਜਰ ਤਿੰਨ ਤਰ੍ਹਾਂ ਦੇ ਹੀ ਹੈ। ਇੱਕ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ 'ਚ ਇੱਕ ਡਾਇਰੈਕਟ ਡੈਮੋਕ੍ਰੇਸੀ ਹੈ ਜਿੱਥੇ ਵੋਟਰ ਵੋਟ ਪਾਉਂਦੇ ਆ ਡਾਇਰੈਕਟਲੀ ਔਨ ਦਾ ਲਾਜ਼ ਐਂਡ ਰੈਗੂਲੇਸ਼ਨ। ਪਰ ਜਿਹੜੀ ਮੋਸਟ ਕਾਮਨ ਹੈ ਉਹ ਇਨਡਾਇਰੈਕਟ ਡੈਮੋਕ੍ਰੇਸੀ ਹੈ, ਜਿਵੇਂ ਕਿ ਇੰਡੀਆ, ਅਮਰੀਕਾ, ਇੰਗਲੈਂਡ, ਹੋਰ ਤਰ੍ਹਾਂ ਦੀਆਂ, ਜਿੱਥੇ ਅਸੀਂ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਦੇ ਆ ਜਿਹੜੇ ਫਿਰ ਸਾਡੇ ਅੱਗੋਂ ਬਿੱਲ ਤੇ ਦੂਜੀਆਂ ਚੀਜ਼ਾਂ ਜਾਂ ਜਿਹੜੇ ਐਕਟ ਤੇ ਲੈਜਿਸਲੇਸ਼ਨ ਬਣਾਉਂਦੇ ਆ। ਸੋ ਇਹ ਹੋ ਗਏ। ਅੱਗੋਂ ਇਹਦੇ ਵਿੱਚ ਦੋ ਸਿਸਟਮ ਹੈ, ਆਪਾਂ ਨੂੰ ਡਿਟੇਲ 'ਚ ਜਾਣ ਦੀ ਲੋੜ ਨਹੀਂ। ਇੱਕ ਵਿੱਚ ਪ੍ਰਾਈਮ ਮਿਨਿਸਟਰ ਹੁੰਦਾ ਹੈ, ਇੱਕ ਵਿੱਚ ਪ੍ਰੈਜ਼ੀਡੈਂਟ ਹੁੰਦਾ। ਕਈ ਮਿਕਸ ਸਿਸਟਮ ਹੈ ਜਿੱਥੇ ਪ੍ਰੈਜ਼ੀਡੈਂਟ ਵੀ ਹੁੰਦਾ ਹੈ ਤੇ ਪ੍ਰਾਈਮ ਮਿਨਿਸਟਰ ਵੀ ਹੁੰਦਾ। ਫਿਰ ਅੱਗੋਂ ਜਿਹੜੀਆਂ ਪਾਵਰਸ ਹੈ, ਜਿਵੇਂ ਅਮਰੀਕਨ ਪ੍ਰੈਜ਼ੀਡੈਂਟ, ਉਹਦੇ ਕੋਲ ਉਹ ਹੈਡ ਆਫ ਦਾ ਸਟੇਟ ਵੀ ਆ, ਉਹ ਹੈਡ ਆਫ ਦਾ ਗਵਰਨਮੈਂਟ ਵੀ ਹੈ। ਪਰ ਉਹਦੇ ਤੇ ਜਿਹੜਾ ਇਨਫਲੂਐਂਸ ਹੈ ਉਹ ਥੱਲਿਓਂ ਆਪਣੇ ਕਾਂਗਰਸ ਦਾ ਤੇ ਸੈਨੇਟ ਦਾ ਵੀ ਹੁੰਦਾ। ਪਰ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੀ ਪਾਵਰ ਬਹੁਤ ਹੈ। ਰੇਅਰਲੀ ਕਈ ਵਾਰੀ ਉਹ ਵੀਟੋ ਕਰਕੇ ਵੀ ਆਪਣਾ ਬਣਾ ਸਕਦਾ ਹੈ, ਜਿਹੜੀ ਪਾਵਰ ਨਹੀਂ ਹੈ। ਇੰਡੀਆ ਦੇ ਵਿੱਚ ਕਨਸਟੀਟਿਊਸ਼ਨਲ ਹੈਡ ਪ੍ਰੈਜ਼ੀਡੈਂਟ ਹੈ, ਪਰ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੈ ਉਹ ਹੈਡ ਆਫ ਦਾ ਗਵਰਨਮੈਂਟ ਹੈ। ਦੈਟ ਇਜ਼ ਕੰਟਰੋਲਡ ਬਾਈ ਬੋਥ ਹਾਊਸਸ ਆਫ ਦਾ ਪਾਰਲੀਮੈਂਟ। ਪਰ ਉਹ ਇੱਕ MP ਇਲੈਕਟ ਹੋਇਆ ਹੁੰਦਾ ਵਾ ਇੰਡੀਵਿਜੂਅਲੀ, ਪਰ ਜਿਹਦੇ ਕੋਲ ਸਪੋਰਟ ਹੁੰਦੀ ਆ ਪਾਰਟੀ ਦੇ ਮੈਜੋਰਟੀ, ਉਨੀ ਦੇਰ ਉਹਦਾ ਆਫਿਸ ਰਹਿੰਦਾ। ਇੰਗਲੈਂਡ 'ਚ ਵੀ ਐਵੇਂ ਹੀ ਹੈ, ਪਰ ਇੰਗਲੈਂਡ 'ਚ ਇੱਕ ਫਰਕ ਹੈ, ਜਿਹੜਾ ਹਾਊਸ ਆਫ ਕਾਮਨਸ ਹੈ ਉਹ ਬਹੁਤ ਸਟਰੋਂਗ ਹੈ। ਵੈਸੇ ਉਹ ਪ੍ਰਾਈਮ ਮਿਨਿਸਟਰ ਉਹਦਾ ਲੈਜਿਸਲੇਟਿਵ ਦਾ ਉਹ ਹੈਡ ਹੀ ਹੁੰਦਾ, ਪਰ ਕਈ ਵਾਰੀ ਜਿਹੜਾ ਹਾਊਸ ਆਫ ਕਾਮਨ 'ਚ ਜੋ ਬਿੱਲ ਪਾਸ ਹੋ ਜਾਵੇ ਉਹਨੂੰ ਉੱਥੋਂ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਪ੍ਰਾਈਮ ਮਿਨਿਸਟਰ ਉਹ ਉਹਨੂੰ ਰਿਫਿਊਜ਼ ਨਹੀਂ ਕਰ ਸਕਦਾ। ਹੁਣ ਅੱਗੋਂ ਦੂਜੀਆਂ ਕੰਟਰੀਆਂ ਕਈ ਜਿਹੜੀਆਂ ਆਪਾਂ ਡੈਮੋਕ੍ਰੇਸੀ ਦੱਸਣੀ ਹੈ। ਠੀਕ ਹੈ ਡਾਕਟਰ ਸਾਹਿਬ, ਇਹਦੇ ਵਿੱਚ ਸੋਸ਼ਲ ਕੇਆਸ ਵੀ ਆ ਜਾਂਦਾ, ਸੋਸ਼ਲ ਇਰੋਜ਼ਨ ਤੇ ਉਸ ਤੋਂ ਬਾਅਦ ਪੋਲਰਾਈਜੇਸ਼ਨ ਤੇ ਵੀ ਗੱਲ ਕਰਾਂਗੇ।
ਤੁਸੀਂ ਕੰਟੀਨਿਊ ਕਰਿਓ ਜੋ ਗੱਲ ਕਰ ਰਹੇ ਸੀ, ਪਰ ਮੇਰਾ ਗੱਲ ਉੱਥੇ ਵੀ ਗਾਂ ਦੀ ਕਨੈਕਸ਼ਨ ਬਣ ਜਾਂਦਾ ਕਿ ਸੋਸ਼ਲ chaos, ਫਿਰ ਉਹਦੇ ਬਾਅਦ ਸੋਸਾਈਟਲ ਇਰੋਜਨ ਤੇ ਫਿਰ ਸੋਸ਼ਲ ਪੋਲਰਾਈਜੇਸ਼ਨਸ। ਤਿੰਨੇ ਚੀਜ਼ਾਂ ਆ, ਜੇ ਦੀ ਰੂਟ ਕਾਜ਼ ਦੇਖੋ ਤਾਂ ਇੱਕੋ ਹੀ ਗੱਲ ਬਣਦੀ ਹੈ, ਪਰ ਤੁਸੀਂ ਇਹਦੇ ਉੱਤੇ ਐਲੈਬੋਰੇਸ਼ਨ ਦਿਓ ਕਿ ਅੱਡ-ਅੱਡ ਚੀਜ਼ਾਂ ਨੇ, ਇਹ ਇਫੈਕਟ ਕਿੱਥੇ ਤੱਕ ਕਰਨੀਆਂ। ਅਜੇ ਗੁਰਲਾਲ ਜੀ, ਜਿਹੜੀ ਆਪਾਂ ਦੱਸ ਰਹੇ ਸੀ ਵੀ ਡਿਫਰੈਂਟ ਫਾਰਮ ਆਫ ਵਰਡ ਗਵਰਨਮੈਂਟ, ਉਹ ਆਪਾਂ ਡੈਮੋਕ੍ਰੇਸੀ ਦੀ ਗੱਲ ਤੇ ਦੂਜੀ ਕਰ ਲਈ। ਇਸ ਤੋਂ ਇਲਾਵਾ ਜਿਹੜੇ ਫਾਰਮਸ ਆਫ ਗਵਰਨੈਂਸ ਹੈ, ਉਹ ਮੋਨਾਰਕੀ ਹੈ, ਜਿੱਥੇ ਉਹ ਹੈਡ ਮੋਨਾਰਕ ਜਾਂ ਕਿੰਗ ਹੁੰਦਾ ਹੈ, ਰਿਪਬਲਿਕ ਹੈ, ਅਥੋਰੀਟੇਰੀਅਨ ਰੂਲ ਵੀ ਹੈਗੇ ਆ, ਜਿਹੜੇ ਟੋਟੈਲੀਟੇਰੀਅਨ ਰੂਲ ਵੀ ਹੈਗੇ ਆ, ਫਿਰ ਕਮਿਊਨਿਜ਼ਮ ਵੀ ਹੈ, ਫਿਰ ਫੈਡਰਲਿਜ਼ਮ ਵੀ ਹੈ, ਫਿਰ ਕਈਆਂ ਥਾਵਾਂ ਤੇ ਥੀਓਕ੍ਰੇਸੀ ਹੈ, ਜਿੱਥੇ ਰਿਲੀਜਨ ਜਿਹੜਾ ਹੈ ਉਹ ਕੰਟਰੋਲ ਕਰਦਾ, ਜਿਵੇਂ ਥੋੜਾ ਜਿਹਾ ਪਹਿਲਾਂ ਈਰਾਨ 'ਚ ਆ ਗਿਆ ਸੀ। ਅੱਗੋਂ ਇੱਕ ਹੋਰ ਹੈ ਓਲੀਗਾਰਕੀ, ਜਿੱਥੇ ਕਿ ਬੜੇ ਬੜੇ ਜਿਹੜੇ ਰਿਚ ਆਦਮੀ ਹੈ ਜਿਵੇਂ ਰਸ਼ੀਆ ਦੇ, ਉਹਨਾਂ ਦੀ ਵੀ ਪਾਵਰ ਦੇ ਵਿੱਚ ਸੁਣਾਈ ਹੈ। ਤੇ ਅੱਗੋਂ ਇੱਕ ਅਨਾਰਕੀ ਵੀ ਹੈਗੀ ਹੈ, ਜਿੱਥੇ ਕੋਈ ਰੂਲ ਨਹੀਂ ਹੈ, ਉਹ ਗੰਦਾ ਹੀ ਰੂਲ ਹੈ, ਉਹ ਇੱਕ ਛੋਟਾ ਗਰੁੱਪ ਜਿਹੜਾ ਉਹ ਟਾਪਲ ਕਰ ਲੈਂਦਾ ਕਰਦਾ। ਹੁਣ ਅੱਗੋਂ ਬੜਾ ਇੰਪੋਰਟੈਂਟ ਸਵਾਲ ਜਿਹੜਾ ਆਪਾਂ ਡਿਸਕਸ ਕਰਨ ਲੱਗੇ ਹਾਂ, ਸੋਸ਼ਲ ਕੋਹੀਜਨ, ਜਿਹੜੀ ਸਮਾਜ ਦੀ ਜਾਂ ਸੁਸਾਇਟੀ ਦੀ ਸੰਗਠਨ, ਤੇ ਸੋਸ਼ਲ ਇਰੋਜਨ, ਤੇ ਇਹਦਾ ਖਾਤਮਾ ਹੋਣਾ ਉਸ ਸੰਗਠਨ ਦਾ, ਜਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਫਿਰ ਇਟ ਲੀਡਸ ਟੂ ਸੋਸ਼ਲ ਪੋਲਰਾਈਜੇਸ਼ਨ, ਕਿ ਜਿਹੜੇ ਇੱਕ ਵਿਚਾਰ ਦੇ ਲੋਕ ਹੁੰਦੇ ਆ ਉਹ ਦੂਜਿਆਂ ਨੂੰ ਅਪੋਜ਼ ਕਰਨ ਲੱਗ ਜਾਂਦੇ। ਇਹਨਾਂ ਤਿੰਨਾਂ ਦੇ ਨਾਲ ਜਦੋਂ ਦੇਖਿਆ ਜਾਏ, ਸੋਸ਼ਲ ਕੋਹੀਜਨ ਇੱਕ ਬੈਟਰ ਹੈ, ਜਿਹੜਾ ਸੋਸ਼ਲ ਇਰੋਜਨ ਤੇ ਪੋਲਰਾਈਜੇਸ਼ਨ ਹੈ ਉਹ ਨੁਕਸਾਨਦੇਹ ਚੀਜ਼ ਹੈ। ਹੁਣ ਅਸੀਂ ਇਹ ਦੇਖੀਏ, ਇਹ ਜਿਹੜੇ ਤਿੰਨੇ ਕਨਸੈਪਟ ਹੈ ਇਹ ਆਪਸ 'ਚ ਰਿਲੇਟਡ ਹੈ, ਹੈ ਡਿਫਰੈਂਟ, ਪਰ ਇਹ ਤਿੰਨੇ ਸਮਾਜ ਦੇ ਨਾਲ, ਸਾਡੀ ਸੁਸਾਇਟੀ ਦੇ ਨਾਲ ਇਹ ਸੰਬੰਧ ਹੈ। ਪਰ ਇਹਨਾਂ 'ਚ ਰਿਸਕ ਫੈਕਟਰ ਵੀ ਹੈਗਾ ਨਾ, ਮੈਨੂੰ ਪਤਾ ਤੁਸੀਂ ਆਉਣ ਵਾਲੇ ਟਾਈਮ 'ਚ ਤੁਸੀਂ ਗੱਲ ਕਰ ਲਓ, ਪਰ ਰਿਸਕ ਦੱਸੋ ਨਾ ਇਹਨਾਂ ਚੀਜ਼ਾਂ ਦੇ ਉਸ ਤੋਂ ਬਾਅਦ। ਹਾਂਜੀ, ਇਹਨਾਂ ਤਿੰਨਾਂ ਚੀਜ਼ਾਂ ਦੇ ਨਾ, ਕਲੋਜ਼ਨ ਤੇ ਉਸ ਤੋਂ ਬਾਅਦ ਆ ਜਿਹੜੀ ਇਰੋਜਨ ਤੇ ਉਸ ਤੋਂ ਬਾਅਦ ਪੋਲਰਾਈਜੇਸ਼ਨ। ਜਿਹੜੀ ਸੋਸ਼ਲ ਕੋਹੀਜਨ ਹੈ ਇਹ ਬੜੀ ਇੰਪੋਰਟੈਂਟ ਹੈ ਫਾਰ ਦਾ ਡਿਵੈਲਪਮੈਂਟ ਐਂਡ ਵੈਲ ਬੀਇੰਗ ਆਫ ਦਾ ਸੁਸਾਇਟੀ। ਇਹਦੇ ਵਿੱਚ ਜਿਹੜੀ ਡਿਗਰੀ ਆਫ ਯੂਨਿਟੀ ਹੈ ਉਹ ਵੱਧ ਜਾਂਦੀ ਹੈ, ਐਕਸਟੈਂਟ ਆਫ ਸੋਲਿਡੈਰਿਟੀ ਸੁਸਾਇਟੀ 'ਚ ਵੱਧਦੀ ਹੈ, ਹਾਰਮੋਨੀ ਤੇ ਪੀਸ ਰਹਿੰਦੀ ਹੈ, ਔਰ ਸੁਸਾਇਟੀ ਜਿਹੜੀ ਹੈ ਉਹ ਆਪਣੇ ਜਿਹੜੇ ਉਹਦੇ ਕੰਮ ਹੈ ਚੰਗੇ, ਜਾਂ ਉਹਨਾਂ ਨੇ ਕੋਈ ਸਮਾਜਿਕ ਸੁਧਾਰ ਕਰਨਾ ਹੈ, ਜਾਂ ਗਵਰਨਮੈਂਟ ਨੂੰ ਅਪਰੋਚ ਕਰਨਾ ਹੈ, ਜਾਂ ਪੰਚਾਇਤ ਨੂੰ ਅਪਰੋਚ ਕਰਨਾ ਹੈ, ਫਿਰ ਉਹ ਲੋਕ ਇੱਕ ਤਾਣ ਹੋ ਕੇ ਜਿਵੇਂ ਰੱਸੇ ਨੂੰ ਖਿੱਚਦੇ ਆ ਤੇ ਸਾਰੀ ਸੁਸਾਇਟੀ ਨੂੰ ਫਾਇਦਾ ਹੁੰਦਾ। ਜਿਹੜਾ ਹੁਣ ਇਰੋਜਨ ਹੈ, ਸੋਸ਼ਲ ਇਰੋਜਨ, ਉਹ ਇਹਦੇ ਬਿਲਕੁਲ ਉਲਟ ਹੈ। ਉਹਦੇ ਅੱਗੇ ਆਪਾਂ ਕਈ ਰਿਸਕ ਫੈਕਟਰ ਦੱਸਾਂਗੇ, ਪਰ ਉਹਦੇ ਉਲਟ ਹੋ ਜਾਂਦਾ। ਉਹਦੇ 'ਚ ਜਿਹੜੀਆਂ ਬਾਂਡਸ ਹੈ, ਜਿਹੜੀਆਂ ਸੁਸਾਇਟੀ ਦੀਆਂ ਬਣੀਆਂ, ਆਪਸ 'ਚ ਭਾਈਚਾਰਾ ਜਿਹੜਾ ਬਣਿਆ ਉਹ ਟੁੱਟ ਜਾਂਦਾ। ਉਹ ਗਿਵ ਰਾਈਜ਼ ਟੂ ਇੱਕ ਦੂਜੇ 'ਚ ਸਾਨੂੰ ਟਰਸਟ ਨਹੀਂ ਰਹਿੰਦਾ, ਔਰ ਇਹ ਤੋਂ ਬਾਅਦ ਫਿਰ ਅਨਹਾਰਮਨੀ ਹੋ ਜਾਂਦੀ ਹੈ। ਫਿਰ ਉਹ ਸੁਸਾਇਟੀ ਦੀ ਡਿਟੋਰੀਏਸ਼ਨ ਸ਼ੁਰੂ ਹੋ ਜਾਂਦੀ ਹੈ। ਜੋ ਕੁਝ ਅਸੀਂ ਬਿਲਡ ਕੀਤਾ ਸੀ ਉਹ ਅਨਕੁਆਇਲ ਹੋਣਾ ਜਿਹੜਾ ਸ਼ੁਰੂ ਹੋ ਜਾਂਦਾ। ਇਟ ਲੀਡਸ ਟੂ ਲਾਰਜਰ ਲੈਵਲ ਤੇ ਕਨਫਲਿਕਟ ਵੀ ਬਣ ਜਾਂਦੇ ਆ, ਹਿਊਮਨ ਸਫਰਿੰਗ ਬਣ ਜਾਂਦੀਆਂ, ਤੇ ਜਿਹੜੀ ਓਵਰਆਲ ਹੈ ਉਹ ਸੁਸਾਇਟੀ ਦਾ ਡਾਊਨਫਾਲ ਹੋ ਜਾਂਦਾ, ਪ੍ਰੋਗਰੈਸ ਰੁਕ ਜਾਂਦੀ ਹੈ। ਹੁਣ ਜਿਹੜੀ ਸੋਸ਼ਲ ਪੋਲਰਾਈਜੇਸ਼ਨ, ਉਹ ਇਹਦਾ ਹੀ ਨਤੀਜਾ ਹੈ ਸੋਸ਼ਲ ਇਰੋਜਨ ਕਰਕੇ। ਫਿਰ ਉਹ ਗਰੁੱਪ ਹੋਰ ਬਣ ਜਾਂਦੇ, ਉਹ ਗਰੁੱਪ ਬਣ ਗਏ, ਇੱਕ ਤੋਂ ਫਰਜ਼ ਕਰੋ ਜਿਵੇਂ ਇੱਕ ਪਿੰਡ 'ਚ ਹੈ, ਦੂਜੇ 'ਚ ਹੋ ਗਿਆ, ਫਿਰ ਉਹ ਜਿਹੜੀਆਂ ਪੋਲੀਟੀਸ਼ੀਅਨ ਹੈ ਵਿੱਚ ਉਹ ਇਨਵੋਲਵ ਹੋ ਜਾਂਦੇ ਆ। ਫਿਰ ਜਿਹੜੇ ਸਾਡੇ ਕਲਚਰ, ਐਥਨੀਸਿਟੀ, ਜਿਹੜੀਆਂ ਸਾਡੀਆਂ ਰੇਟਸ ਹੈ, ਫਿਰ ਅਸੀਂ ਉਸ ਲੈਵਲ ਤੇ ਵੀ ਵੰਡੇ ਜਾਂਦੇ ਹਾਂ। ਤੋਂ ਕਰਦਿਆਂ ਸਾਡੀ ਸੁਸਾਇਟੀ ਦੇ ਵਿੱਚ ਇੰਨਾ ਪਾੜ ਜਿਹੜਾ ਹੈ ਉਹ ਵੱਧ ਜਾਂਦਾ ਹੈ, ਵੀ ਉਹਦੇ ਨਾਲ ਜਿੰਨੇ ਵੀ ਸਾਡੇ ਡਿਵੈਲਪਮੈਂਟ ਦੇ ਕੰਮ ਹੈ ਉਹ ਰੁਕ ਜਾਂਦੇ। ਸੋ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਕਰਕੇ ਦੇਖਦੇ ਹਾਂ, ਜਿਵੇਂ ਪਹਿਲਾਂ ਦੱਸਿਆ ਸੀ ਵੀ ਸੋਸ਼ਲ ਕੋਹੀਜਨ ਇਜ਼ ਦਾ ਆਈਡੀਅਲ ਸਟੇਟ, ਜਿਹੜੀ ਸੋਸ਼ਲ ਇਰੋਜਨ ਹੈ, ਸੋਸ਼ਲ ਪੋਲਰਾਈਜੇਸ਼ਨ ਹੈ, ਉਹ ਜਿਹੜੀ ਹੈ ਉਹ ਠੀਕ ਨਹੀਂ। ਹੁਣ ਜਦੋਂ ਇਹ ਕਨਫਲਿਕਟ ਇੰਨੇ ਵੱਧ ਜਾਂਦੇ, ਫਿਰ ਜਿਹੜੇ ਸਾਡੇ ਪੋਲੀਟੀਕਲ ਸਿਸਟਮ ਹੁੰਦੇ ਆ ਉਹਨਾਂ ਨੇ ਤਾਂ ਵੋਟ ਲੈਣੇ ਹੁੰਦੇ, ਉਹ ਫਿਰ ਉਹਨਾਂ ਨੂੰ ਜਦੋਂ ਇਹ ਦੋਵੇਂ ਗਰੁੱਪਾਂ ਦਾ ਆਪਸ 'ਚ ਕੋਈ ਟਰਸਟ ਨਹੀਂ ਹੈ, ਤਾਲਮੇਲ ਨਹੀਂ ਹੈ, ਜਿਹੜੇ ਪੋਲੀਟੀਸ਼ੀਅਨ ਹੈ ਉਹ ਨਾ ਚਾਹੁੰਦਿਆਂ ਵੀ ਉਹਨਾਂ ਨੂੰ ਇੱਕ ਗਰੁੱਪ ਨਾਲ ਪੋਲਰਾਈਜ਼ ਹੋਣਾ ਪੈਂਦਾ। ਹੁਣ ਜਦੋਂ ਫਿਰ ਉਹ ਪੋਲਰਾਈਜ਼ ਅਗਰ ਨਹੀਂ ਹੁੰਦੇ, ਜੇ ਉਹ ਕਾਮਨ ਦੀ ਗੱਲ ਲਿਆਉਂਦੇ ਆ, ਉਹਨਾਂ ਨੂੰ ਸੋਲੀਡੈਰਿਟੀ ਨਹੀਂ ਮਿਲਦੀ,
ਫਿਰ ਉਹ Right. ਦੇਖਦੇ ਆ ਵੀ ਪਾਸਾ ਕਿਹਨਾਂ ਦਾ ਪਾਇਆ, ਹੂੰ ਫਿਰ ਉਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਆਉਂਦੇ ਆ, ਉਹ ਉਹਨਾਂ ਦੇ ਚਹੀਤੇ ਬਣ ਜਾਂਦੇ। ਚਹੀਤੇ ਤੋਂ ਮੇਰਾ ਇਹ ਮਤਲਬ ਹੈ ਉਹਨਾਂ ਨੂੰ ਬੈਨੀਫਿਟ ਜ਼ਿਆਦਾ ਮਿਲਦੇ ਆ ਕਿਉਂਕਿ ਉਹ ਇੱਕ ਪੋਲੀਟੀਕਲ ਪਾਰਟੀ ਨੂੰ ਫੇਵਰ ਕਰਦੇ ਆ। ਰਾਈਟ ਸੋ ਜਿਹੜੇ ਆਪਾਂ ਰਿਸਕ ਦੀ ਗੱਲ ਕਰ ਰਹੇ ਹਾਂ, ਪਰ ਜੇ ਇੰਪਲੀਮੈਂਟ ਹੋ ਜਾਏ ਤਾਂ ਕਨਸੀਕੁਐਂਸਸ ਵੀ ਬੇਸਿਕਲੀ ਇਹੀ ਹੈ। ਹਾਂਜੀ, ਜਿਹੜੇ ਰਿਸਕ ਹੈ, ਜੇ ਅਸੀਂ ਉਹ ਰਿਸਕ ਦੇਖਣ ਲੱਗੇ ਹੁਣ, ਅਗਰ ਉਹਨਾਂ ਨੂੰ ਹਟਾ ਦਈਏ ਤੇ ਇਹ ਜਿਹੜੀ ਸੋਸ਼ਲ ਕੋਹੀਜਨ ਬਣ ਜਾਂਦੀ। ਸੋ ਇਟਸ ਅ ਸਰਕਲ, ਜਿਹੜਾ ਸੋਸ਼ਲ ਕੋਹੀਜਨ ਹੈ ਉਹ ਡਿਸਟਰੋਏ ਹੋ ਜਾਂਦਾ ਇਰੋਜਨ ਨਾਲ ਆ ਗਈ ਪੋਲਰਾਈਜੇਸ਼ਨ। ਜੇ ਆਪਾਂ ਇਹਨਾਂ ਨੂੰ ਠੀਕ ਕਰਨ ਲੱਗ ਜਾਈਏ, ਸਰਕਲ ਨੂੰ ਉਲਟਾ ਕਰ ਦਈਏ, ਸੋਸ਼ਲ ਕੋਹੀਜਨ ਪੋਲਰਾਈਜੇਸ਼ਨ ਖਤਮ, ਉਹਦੇ ਨਾਲ ਸੋਸ਼ਲ ਰੀਜਨ ਖਤਮ, ਦੁਬਾਰਾ ਤੁਹਾਡੀ ਕੋਹਿਸਿਵਨੈਸ ਜਾਂ ਜਿਹੜੀ ਸੁਸਾਇਟੀ ਦਾ ਸੰਗਠਨ। ਸੋ ਇਹ ਸਰਕਲ ਹੀ ਹੈ, ਇਹ ਵਿਸ਼ੀਅਸ ਸਰਕਲ ਹੈ। ਇਹ ਜਿਵੇਂ ਪਾਵਰਟੀ ਹੈ, ਦੂਜੀਆਂ ਹੈ, ਉਹ ਚੀਜ਼ਾਂ ਇਹ ਵੀ ਵਿਸ਼ੀਅਸ ਸਰਕਲ। ਹੁਣ ਜਿਹੜੇ ਇਹਦੇ ਇੰਪੋਰਟੈਂਟ ਰਿਸਕ ਫੈਕਟਰ ਹੈ ਉਹ ਕਈ ਤਰ੍ਹਾਂ ਦੇ। ਇੱਕ ਤਾਂ ਇਕਨੋਮਿਕ ਫੈਕਟਰ। ਇਕਨੋਮਿਕ ਫੈਕਟਰ ਦੇ ਵਿੱਚ ਕੀ ਹੈ? ਪ੍ਰੋਲੀਫਰੇਸ਼ਨ ਆਫ ਇਲੀਸਿਟ ਇਕਾਨਮੀ। ਹੁਣ ਇੱਕ ਐਗਜ਼ਾਮਪਲ ਹੈ, ਜਿਹੜਾ ਡਰੱਗ ਟ੍ਰੇਡ ਹੈ ਅੱਜ ਦੇ ਦਿਨ, ਸਬਸਟੈਂਸ ਟ੍ਰੇਡ, ਉਹ ਦੁਨੀਆ 'ਚ 650 ਬਿਲੀਅਨ ਦਾ ਹੈ। ਅਗਰ ਇਹ ਕੰਟਰੀ ਹੋਵੇ, ਇਹ ਨੰਬਰ 22 ਤੇ ਇਹਦੀ GDP ਹੋਊਗੀ। ਬੈਟਰ ਦੈਨ ਪੋਲੈਂਡ, ਬੈਟਰ ਦੈਨ ਬੈਲਜੀਅਮ ਐਂਡ ਬੈਟਰ ਦੈਨ ਸਵੀਡਨ। ਸੋ ਇਹ ਵੇਖੋ, ਇਹ ਤਾਂ ਕਿਹੜਾ ਕਿਸੇ ਨੇ ਇਹਨੂੰ ਡਿਕਲੇਅਰ ਕੀਤਾ, ਇਹਦਾ ਹਿਸਾਬ ਲਾਉਂਦੇ ਆ ਗਵਰਨਮੈਂਟਸ ਵਾਲੇ, ਲਾ ਇਨਫੋਰਸਮੈਂਟ ਵਾਲੇ। ਹੁਣ ਇਸ ਤੋਂ ਅੱਗੇ ਜਿਹੜੀ ਪੋਲੀਟੀਕਲ ਕਰਪਸ਼ਨ ਹੈ ਜਾਂ ਸੁਸਾਇਟੀ 'ਚ ਵੈਸੇ ਕਰਪਸ਼ਨ ਹੈ। ਜੀ ਹਾਂਜੀ, ਡਾਕਟਰ ਸਾਹਿਬ ਤੁਹਾਡਾ ਜਿਹੜੀ ਹੈ ਕੈਮਰਾ ਆਫ ਹੋ ਗਿਆ ਹੈ, ਜਾਰੀ ਰੱਖੋ। ਕੁਝ ਦਰਸ਼ਕੋ ਜੀ ਡਾਕਟਰ ਸਾਹਿਬ। ਹਾਂਜੀ, ਇਸ ਤੋਂ ਅੱਗੇ ਜਿਹੜੀ ਹੈ, ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਡਾਕਟਰ ਸਾਹਿਬ, ਚਲੋ। ਅੱਛਾ, ਇਸ ਤੋਂ ਅੱਗੇ এনवायरमेंटल ਫੈਕਟਰ ਹੈ, ਫਿਰ ਇਸ ਤੋਂ ਅੱਗੇ ਜੀਓਪੋਲਿਟੀਕਲ ਫੈਕਟਰ ਹੈ, ਸਟੇਟ ਕੋਲੈਪਸ ਹੈ, ਟੈਰਰਿਸਟ ਅਟੈਕਸ ਹੈ, ਇੰਟਰਨਲ ਕਨਫਲਿਕਟਸ ਹੈ, ਇੰਟਰਨੈਸ਼ਨਲ ਕਨਫਲਿਕਟਸ ਹੈ, ਫਿਰ ਸੁਸਾਈਟਲ ਫੈਕਟਰ ਆ ਜਾਂਦੇ ਆ, ਹਾਈ ਕਾਸਟ ਆਫ ਲਿਵਿੰਗ, ਟਰਾਂਸ ਮਾਈਗ੍ਰੇਸ਼ਨ, ਰਿਫਿਊਜੀਜ਼, ਕੋਲੈਪਸ ਆਫ ਪਬਲਿਕ ਇਨਫਰਾਸਟ੍ਰਕਚਰ, ਤੇ ਜਿਹੜੇ ਐਜੂਕੇਸ਼ਨ, ਹੈਲਥ, ਸੈਨੀਟੇਸ਼ਨ, ਜਿਹੜੀ ਡਿਜ਼ੀਜ਼। ਹੁਣ ਜਿਵੇਂ ਆਪਾਂ ਦੂਜੀ ਗੱਲ ਕੀਤੀ ਸੀ ਵੀ ਜਦੋਂ ਲੋਕ ਡਰੱਗ ਖਾਣ ਲੱਗ ਜਾਂਦੇ ਆ, ਇਹਨਾਂ ਦੀ ਐਵਰੇਜ ਏਜ 'ਚ ਇੱਕ ਐਡਿਕਟ ਦੀ ਐਵਰੇਜ ਲਾਈਫ 41 ਸਾਲ ਹੈ। ਉਹ 25 ਈਅਰ ਲੂਜ਼ ਕਰ ਜਾਂਦਾ ਆਪਣੇ ਪ੍ਰੋਡਕਸ਼ਨ ਦੇ। ਉਹਦੇ ਨਾਲ ਫੈਮਿਲੀ ਨੂੰ ਵੀ ਨੁਕਸਾਨ ਹੈ, ਸੁਸਾਇਟੀ ਨੂੰ ਵੀ ਨੁਕਸਾਨ ਹੈ, ਤੇ ਕੰਟਰੀ ਨੂੰ ਵੀ ਨੁਕਸਾਨ ਹੈ। ਇਸ ਤੋਂ ਅੱਗੇ ਇੱਕ ਹੋਰ ਹੈ ਕਿ ਜਿਹੜੇ ਸਵੀਅਰ ਮੈਂਟਲ ਡਿਸਆਰਡਰਸ ਹੈ, ਉਹ ਵੀ ਸੀਨੀਅਰ ਮੈਂਟਲ ਡਿਸਆਰਡਰ। ਹਾਂ, ਜਿਹੜੇ ਮੈਂਟਲ ਡਿਸਆਰਡਰਸ ਹੈ ਉਹ ਬਹੁਤ ਜ਼ਿਆਦਾ ਹੈ, ਡਿਊ ਟੂ ਡਰੱਗ ਅਬਿਊਜ਼, ਅਦਰ ਥਿੰਗਸ, ਅਨਇੰਪਲੋਇਮੈਂਟ, ਉਹ ਡਿਪਰੈਸ਼ਨ ਤੇ ਐਂਜ਼ਾਈਟੀ 'ਚ ਤਬਦੀਲ ਹੋ ਜਾਂਦੇ। ਉਹਦੇ ਵਿੱਚ ਸਭ ਤੋਂ ਜ਼ਿਆਦਾ ਅਫੈਕਟਡ ਕੌਣ ਹੈ? 14 ਸਾਲ ਤੋਂ 24 ਸਾਲ ਦੇ ਯੂਥ। ਜਦੋਂ ਉਦੋਂ ਡਰੱਗਾਂ 'ਚ, ਸਬਸਟੈਂਸ ਅਬਿਊਜ਼ 'ਚ, ਵਿਹਲੇਪਨ 'ਚ, ਡਿਪਰੈਸ਼ਨ 'ਚ ਪੈ ਜਾਂਦੇ ਆ, ਉਹ ਵੀ ਸੁਸਾਇਟੀ ਨੂੰ ਬੜਾ ਵੱਡਾ ਲਾਸ ਹੈ, ਆਪਣੇ ਘਰਦਿਆਂ ਨੂੰ ਤਾਂ ਹੈਗਾ ਹੀ ਹੈ, ਇਹ ਨੈਸ਼ਨਲ ਸਿਕਿਉਰਿਟੀ ਨੂੰ ਵੀ ਇਹ ਚੀਜ਼ਾਂ ਥ੍ਰੈਟ ਬਣ ਜਾਂਦੀਆਂ। ਤੇ ਅਗਲਾ ਜਿਹੜਾ ਲਾਸਟ ਫੈਕਟਰ ਹੈ ਉਹ ਟੈਕਨੋਲੋਜੀਕਲ ਫੈਕਟਰ, ਕਿਉਂਕਿ ਜਿਹੜੀਆਂ ਰਿਚ ਕੰਟਰੀਜ਼ ਹੈ ਉੱਥੇ ਇਹਨਾਂ ਦੀ ਕੰਸਨਟ੍ਰੇਸ਼ਨ ਹੋ ਗਈ ਇੰਟਰਨੈਟ ਦੀ, ਦੂਜੀਆਂ ਸਰਵਿਸਿਜ਼ ਦੀ, ਕੰਪਿਊਟਰ ਸਿਸਟਮਸ ਦੀ। ਜਿਹੜੀਆਂ ਲੋ ਇਨਕਮ ਕੰਟਰੀਜ਼ ਤੇ ਮਿਡਲ ਇਨਕਮ ਕੰਟਰੀ ਹੈ ਉੱਥੇ ਲੈਕ ਆਫ ਕਨੈਕਟੀਵਿਟੀ ਹੈ। ਅੱਜ ਕੱਲ੍ਹ ਸਭ ਕੁਝ ਕੰਪਿਊਟਰ ਦੇ ਨਾਲ ਜੁੜਿਆ। ਤੇ ਫਿਰ ਅਗਲੀ ਗੱਲ ਆ ਜਾਂਦੀ ਆ ਸਾਈਬਰ ਸਿਕਿਉਰਿਟੀਜ਼ ਦੇ ਅਟੈਕ। ਹੁਣ ਅੱਗੋਂ ਆਪਣੀ ਗੱਲ ਚੱਲਣੀ ਹੈ ਜਿਹੜੇ ਕਨਸੀਕੁਐਂਸਿਸ, ਸੋਸ਼ਲ ਇਰੋਜਨ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈ ਕਿ ਇਹ ਸੈਲਫ ਪਰਪੈਚੁਏਟਿੰਗ ਹੈ। ਇਹ ਇੱਕ ਵਾਰੀ ਸ਼ੁਰੂ ਹੋ ਜਾਏ ਇਹ ਮੁੜ ਕੇ ਆਪਣੇ ਆਪ ਹੀ ਇਹ ਬਰੀਡ ਹੁੰਦਾ ਜਾਂਦਾ। ਨੰਬਰ 2, ਇਹ ਡਿਵੀਜ਼ਨਸ ਆਫ ਸੁਸਾਇਟੀ ਹੋ ਜਾਂਦੇ ਆ, ਜੋ ਕਿ ਇਨਸੈਂਟਿਵ ਦਿੰਦੀ ਹੈ ਇਹ ਵੀਕ ਗਵਰਨੈਂਸ ਨੂੰ, ਅਡਾਪਸ਼ਨ ਆਫ ਸ਼ਾਰਟ ਟਰਮ ਮੋਰ ਜਿਹੜੀਆਂ ਉਹ ਹੁੰਦੀਆਂ ਪਾਪੂਲਿਸਟ ਪਾਲਿਸੀਜ਼,
ਜਿਵੇਂ ਕਿ ਆਪਣੀ ਐਗਜ਼ਾਮਪਲ ਇੱਕ ਛੋਟੀ ਜੀ ਦੇ ਦਿੰਦੇ ਆ, ਪੰਜਾਬ 'ਚ ਬਿਜਲੀ ਫ੍ਰੀ ਕਰਤੀ, ਹੋਰ ਚੀਜ਼ਾਂ ਫ੍ਰੀ ਕਰ ਦਿੱਤੀਆਂ। ਉਹਦੇ ਨਾਲ ਕੀ ਹੋਇਆ, ਸਟੇਟ ਨੂੰ ਪੈਸੇ ਪੈ ਗਏ 18 ਸਾਲਾਂ 'ਚ $2.5 ਬਿਲੀਅਨ। ਔਰ ਉਹਦੇ ਨਾਲ ਜਦੋਂ ਪਾਣੀ ਇੰਨਾ ਫ੍ਰੀ ਮਿਲਿਆ ਬਿਜਲੀ ਨਾਲ, ਉਹ ਕੱਢ ਕੇ ਝੋਨਾ ਲਾਇਆ ਤੇ ਝੋਨੇ ਨਾਲ ਆਪਾਂ ਆਪਣਾ ਕਲਾਈਮੇਟ ਖਰਾਬ ਕਰ ਲਿਆ। ਸੋ ਇੱਕ ਪਾਪੂਲਿਸਟ ਇਹ ਇੱਕ ਮੂਵ ਸੀ ਵੀ ਜ਼ਿਮੀਂਦਾਰਾਂ ਨੂੰ ਇਹ ਦੇ ਦਿਓ ਔਰ ਵੋਟ ਲੈ ਲਓ। ਉਹਦੇ ਨਾਲ ਕੀ ਹੋਇਆ, ਇੰਡਸਟਰੀ ਵੀ ਖਤਮ ਹੋ ਗਈ, ਉੱਥੇ ਉਹ ਤੁਹਾਨੂੰ ਬਿਜਲੀ ਨਹੀਂ ਗਈ। ਸੋ ਇਸ ਕਰਕੇ ਇਹ ਨੈਕਸਟ ਇਹਦੇ 'ਚ ਇਹ ਹੁੰਦਾ ਹੈ ਕਿ ਜਿਹੜੀਆਂ ਪਾਪੂਲਿਸਟ ਪਾਲਿਸੀਜ਼ ਆ, ਇਹ ਫਰਦਰ ਫਿਰ ਇਹਨਾਂ ਨੂੰ ਮੀਡੀਆ, ਟੀਵੀ, ਜਿਹੜਾ ਗਵਰਨਮੈਂਟ ਕੰਟਰੋਲ ਮੀਡੀਆ ਹੁੰਦਾ, ਉਹ ਇਹਨਾਂ ਨੂੰ ਹੋਰ ਅੱਗੇ ਇਹਨਾਂ ਦਾ ਆਵਾਜ਼ਾਂ ਵਜਾ ਦਿੰਦਾ। ਉਹਦੇ ਨਾਲ ਕੰਮ ਜਿਹੜਾ ਉਹ ਹੋਰ ਵਿਗੜ ਜਾਂਦਾ। ਔਰ ਇਸ ਤੋਂ ਅੱਗੇ ਜਿਹੜੀਆਂ ਬਹੁਤ ਇੰਪੋਰਟੈਂਟ ਸੋਸ਼ਲ ਇਰੋਜ਼ਨ ਜਿਹੜਾ ਹੈ, it brings a decline to the democratic values and gives the political system, politician ਨੂੰ ਇੱਕ ਵੈਪਨ ਦੇ ਦਿੰਦਾ ਜਿਹਦੇ ਨਾਲ ਜਿਹੜੀ ਆ ਅੰਡਰਮਾਈਨ ਡੈਮੋਕ੍ਰੇਸੀ ਹੋ ਜਾਂਦੀ ਆ। ਐਗਜ਼ਾਮਪਲ ਹੈ ਇਹਦੇ ਨਾਲ ਸੋਸ਼ਲ ਇਰੋਜ਼ਨ ਪੈਦਾ ਕਰਦਾ ਫਲਾਡ ਡੈਮੋਕ੍ਰੇਸੀਜ਼, ਹਾਈਬ੍ਰਿਡ ਰਜੀਮਸ ਤੇ ਅਥਾਰਟੇਰੀਅਨ ਰੂਲਸ। ਅਗਰ ਦੇਖਿਆ ਜਾਏ ਤੇ ਅੱਜ ਦੇ 2011 ਚ 5% ਲੋਕ ਆਟੋਕ੍ਰੈਟਿਕ ਰੂਲ ਚ ਰਹਿੰਦੇ ਸੀ, ਜਿਹੜੇ ਵੱਧ ਕੇ 2022 ਚ 36% ਹੋ ਗਏ। ਤੇ ਅੱਜ ਦੇ ਦਿਨ ਚ ਓਨਲੀ 13% ਆਫ ਦਾ ਵਰਲਡ ਪਾਪੂਲੇਸ਼ਨ ਉਹ ਲਿਬਰਲ ਡੈਮੋਕ੍ਰੇਸੀ ਚ ਲਿਵ ਕਰਦੀ ਹੈ, ਤੇ ਜਿਹੜੇ 44% ਲੋਕ ਹੈ ਉਹ ਇਲੈਕਟਰਲ ਆਟੋਕ੍ਰੇਸੀਜ਼ ਚ ਰਹਿ ਰਹੇ ਹੈ। ਇਹ ਵਰਲਡ ਫੋਰਮ ਇਕਨੋਮਿਕ ਦੀ ਰਿਪੋਰਟ ਹੈ। ਹੁਣ ਜਿਹੜਾ ਸੋਸ਼ਲ ਇਰੋਜ਼ਨ ਤੇ ਸੋਸ਼ਲ ਪੋਲਰਾਈਜੇਸ਼ਨ, ਇਹ ਦੋਵੇਂ ਮਲਟੀਪਲ ਪ੍ਰੋਬਲਮ ਨੂੰ ਬਰੀਡ ਕਰਦੇ ਆ, ਜਿਹੜੇ ਵਰਲਡ ਗਵਰਨੈਂਸ ਨੂੰ ਅਫੈਕਟ ਕਰਦੇ ਆ। ਔਰ ਉਹ ਡੀਲਿੰਗ ਵਿਦ ਦਾ ਜਿਹੜੀ ਤੁਹਾਨੂੰ ਦੱਸੀ ਸੀ ਇੰਪਲੀਮੈਂਟੇਸ਼ਨ ਆਫ ਦਾ 17 ਸਪੈਸ਼ਲ ਗੋਲ ਡਿਵੈਲਪਮੈਂਟ ਟਾਰਗੇਟ ਆਫ ਦਾ ਯੂਨਾਈਟਿਡ ਨੇਸ਼ਨਸ, ਜਿਹੜੇ ਕਿ 2015 ਚ ਪਾਸ ਹੋਏ ਸੀ, 2030 ਚੋਂ ਪੂਰੇ ਅਚੀਵ ਕਰਨੇ ਸੀ, ਜਿਹਦੇ ਨਾਲ ਕਿ ਦੁਨੀਆ ਤੋਂ ਹੰਗਰ, ਪਾਵਰਟੀ, ਹਰ ਵਾਸਤੇ ਐਜੂਕੇਸ਼ਨ, ਹਰ ਵਾਸਤੇ ਹੈਲਥ ਤੇ ਚੰਗਾ ਪਾਣੀ ਮਿਲਣਾ ਸੀ। ਉਹਨਾਂ ਨੂੰ ਇਹ ਅਫੈਕਟ ਕਰਦੀ ਹੈ। ਔਰ ਉਸ ਤੋਂ ਅੱਗੇ ਜਿਹੜੀ ਕੁਦਰਤ ਦੀ ਮਾਰ ਪੈ ਰਹੀ ਹੈ ਕਲਾਈਮੇਟ ਦੀ, ਡਿਊ ਟੂ ਗਲੋਬਲ ਵਾਰਮਿੰਗ ਐਂਡ ਮੈਨ ਮੇਡ ਜਿਹੜੀਆਂ ਅਸੀਂ ਪ੍ਰੋਬਲਮਸ ਕ੍ਰੀਏਟ ਕੀਤੀਆਂ, ਉਹਨਾਂ ਦਾ ਜਿਹੜਾ ਟਾਰਗੇਟ ਹੈ ਨੈਟ ਜ਼ੀਰੋ ਦਾ, ਜਿਹੜਾ ਕਿ 2050 ਤੱਕ ਗਲੋਬਲ ਟੈਂਪਰੇਚਰ 1.5 ਡਿਗਰੀ ਸੈਂਟੀਗ੍ਰੇਡ ਅਪ ਤੱਕ ਪੋਸਟ ਇੰਡਸਟਰੀਅਲ ਟਾਈਮ ਤੋਂ ਰੱਖਣਾ ਹੈ। ਇੱਕ ਉਹ ਤੇ ਅਲਟੀਮੇਟਲੀ ਸਾਡਾ ਏਮ ਦੁਨੀਆ ਦਾ ਬੈਟਰ ਸਰਵਾਈਵਲ ਵਾਸਤੇ 2100 ਤੱਕ ਉਹ 2 ਡਿਗਰੀ ਤੋਂ ਥੱਲੇ ਰਹਿਣੇ ਚਾਹੀਦੇ, ਜਿਹਦੇ ਤੇ ਕਿ ਉਹ ਜਿਹੜਾ ਏਜੰਡਾ ਹੈ ਉਹ ਲਾਈਨ ਤੋਂ ਬਹੁਤ ਪਿੱਛੇ ਹੈ। ਡਾਕਟਰ ਸਾਹਿਬ ਤੁਸੀਂ ਬੜਾ ਵਧੀਆ ਵਿਸਥਾਰ ਨਾਲ ਦੱਸ ਰਹੇ ਇਨ ਜਨਰਲ। ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸੋ, ਇਨ ਦਿਸ ਇੰਪੈਕਟ ਨੈਕਸਟ ਜਿਹੜੇ 2 ਸਾਲ ਆ in the context of education in the world, ਉਹ ਕਿੱਦਾਂ ਦਾ ਫਿਊਚਰ ਦੇਖ ਰਹੇ ਹੋ ਇਹਨਾਂ ਦੋਨਾਂ ਸਾਲਾਂ ਦੇ ਵਿੱਚ? ਗੁਰਲਾਲ ਜੀ, ਮੈਂ ਤੁਹਾਨੂੰ ਇੱਕ ਪਹਿਲਾਂ ਦੱਸਿਆ ਸੀ ਜਿਹੜੀ ਗਲੋਬਲ ਰਿਸਰਚ ਸਰਵੇ ਦੀ ਰਿਪੋਰਟ ਸੀਗੀ, ਉਹ ਇਮੀਡੀਏਟਲੀ ਸ਼ਾਰਟ ਟਰਮ ਦੇ ਵਿੱਚ ਜਿਹੜੀਆਂ ਸਾਨੂੰ ਪ੍ਰੋਬਲਮਸ ਆਉਣੀਆਂ, ਉਹ 40% ਪ੍ਰੋਬਲਮ ਕਨੈਕਟਡ ਵਿਦ ਆਵਰ ਸੁਸਾਇਟੀਜ਼ ਹੈ, ਜਿਹੜੀਆਂ ਵੰਡੀਆਂ ਪੈ ਰਹੀਆਂ, ਜਿਹੜੀਆਂ पोलराइजेशन हो रही है, जी सोसाइटी इरोड हो रही है ड्यू टू पॉलिटिक्स, ड्यू टू इकनॉमिक्स, ड्यू टू एनवायरनमेंट, ड्यू टू होर जिन्ने भी आप फैक्टर दसे। और जिहड़ा ओवरऑल 10 साल तक तुहानूं दस्सिया सी, उहदे च 10 चों 6 मुद्दे क्लाइमेट नाल रिलेटेड है, 2 सोसाइटीज़ नाल है। सो इन्हां दा जिहड़ा इफैक्ट है वो ओवरऑल सारी डिवेलपमेंट ते ही ਉਹ ਪੈ ਜਾਂਦਾ। ਹੁਣ ਜੇ ਦੇਖੀਏ ਵੀ ਸੋਸ਼ਲ ਇਰੋਜਨ ਜਿਹੜਾ ਹੈ, ਇਹ ਸਭ ਦਰਸ਼ਕਾਂ ਨੂੰ ਪਤਾ ਹੋਊਗਾ, ਮੈਂ ਜਸਟ ਇੱਕ ਵਾਰੀ ਯਾਦ ਦਵਾ ਦੇਣਾ ਵੀ ਇਹ ਕਿੱਥੇ ਹੋ ਰਿਹਾ। ਦੇਖੋ ਮਿਡਲ ਈਸਟ ਦਾ ਸਾਨੂੰ ਪਤਾ, ਇਰਾਕ 'ਚ ਕੀ ਹੋਇਆ, ਇਰਾਨ 'ਚ ਕੀ ਹੋਇਆ, ਸੀਰੀਆ 'ਚ ਕੀ ਹੋਇਆ, ਲੈਟਿਨ ਅਮਰੀਕਾ ਦਾ ਸਾਨੂੰ ਪਤਾ, ਵੈਨਜ਼ੂਏਲਾ 'ਚ ਕੀ ਹੋਇਆ, ਅਫਰੀਕਨ ਕੰਟਰੀਜ਼ ਜਿਹੜੀਆਂ ਹੈ ਉਹ ਸਾਨੂੰ ਪਤਾ ਹੀ ਹੈ,
ਉੱਥੇ ਸੁਡਾਨ, ਪਹਿਲਾਂ ਰਵਾਂਡਾ, ਉਸ ਤੋਂ ਪਹਿਲਾਂ ਲਾਇਬੇਰੀਆ, ਉਹ ਤੋ ਇਹ ਕਰੋਨਿਕ ਪ੍ਰੋਬਲਮ ਇੰਨੀ ਦੇਰ ਦੀਆਂ ਇਹ ਚੱਲ ਰਹੀਆਂ। ਈਸਟਰਨ ਯੂਰਪ 'ਚ ਬਹੁਤ ਚੱਲੀਆਂ ਜਦੋਂ ਰਸ਼ੀਆ ਡਿਸਇੰਟੀਗ੍ਰੇਟ ਹੋ ਗਿਆ, ਔਰ ਵੈਸਟਰਨ ਯੂਰਪ ਤੇ ਅਮਰੀਕਾ ਨੋ ਡਾਊਟ ਇੱਥੇ ਲਿਬਰਲ ਡੈਮੋਕ੍ਰੇਸੀ ਕਾਫੀ ਚੰਗੀ ਹੈ, ਪਰ ਇੱਥੇ ਵੀ ਹੁਣ ਨਵੇਂ ਮਸਲੇ ਆ ਰਹੇ ਹੈ। ਬਾਰਡਰ ਇਮੀਗ੍ਰੇਸ਼ਨ, ਪੋਲੀਟੀਕਲ ਪੋਲਰਾਈਜੇਸ਼ਨ, ਇਕਨੋਮਿਕ ਐਂਡ ਪੋਲੀਟੀਕਲ ਆਈਡੀ। ਅੱਜ ਕੱਲ੍ਹ ਪੋਲੀਟੀਕਲ ਗਰੁੱਪਸ ਦੇ ਵਿੱਚ ਇੱਕ ਪਾਰਟੀ ਦੂਜੇ ਦੇ ਉੱਤੇ ਉਹ ਵੀ ਜਿਹੜੇ ਤਰੀਕੇ ਨਾਲ ਮਰਜ਼ੀ ਹੋਵੇ ਉਹ ਸਕੋਰ ਕਰਨਾ ਚਾਹੁੰਦੀ ਹੈ। ਔਰ ਫਿਰ ਆਪਾਂ ਚੱਲਦੇ ਹਾਂ ਸਾਊਥ ਈਸਟ ਏਸ਼ੀਆ 'ਚ, ਉੱਥੇ ਕਾਫੀ ਇਹਨਾਂ ਚੀਜ਼ਾਂ ਦੀਆਂ ਪ੍ਰੋਬਲਮ ਹੈ। ਹੁਣ ਤੁਸੀਂ ਸਵਾਲ ਕੀਤਾ ਸੀਗਾ ਲਾਸਟ ਸੈਗਮੈਂਟ 'ਚ ਆਪਾਂ ਪਹੁੰਚ ਰਹੇ ਹਾਂ ਬਈ 2024 ਤੇ 25 'ਚ ਦੁਨੀਆ ਦੇ ਵਿੱਚ ਬਹੁਤ ਇਲੈਕਸ਼ਨਸ ਹੋਣੀਆਂ, ਪਰ ਆਪਾਂ ਕਿਹੋ ਜਿਹਾ ਜਿਹੜਾ ਦੁਨੀਆ ਹੈ ਉਹ ਐਕਸਪੈਕਟ ਕਰ ਸਕਦੇ ਹਾਂ। ਦੇਖੋ ਪਹਿਲਾਂ ਤਾਂ ਰੀਸੈਂਟਲੀ ਕੀ ਹੋਇਆ ਕਿ ਇਟਲੀ ਵਿੱਚ ਫਾਰ ਰਾਈਟ ਮੈਜੋਰਟੀ ਆ ਗਈ ਹੈ, ਫਾਰ ਰਾਈਟ। ਔਰ ਜਿਹੜਾ ਸਵੀਡਨ ਹੈ ਉਹਦੇ 'ਚੋਂ ਸੈਕੰਡ ਮੇਜਰ ਪਾਰਟੀ ਬਣ ਗਈ ਹੈ ਜਿਹੜੀ ਅਪੋਜੀਸ਼ਨ 'ਚ, ਉਹ ਫਾਰ ਰਾਈਟ ਹੈ। ਇਸ ਤੋਂ ਅੱਗੇ ਜਿਹੜਾ ਲੈਫਟ ਹੈ ਉਹ ਲੈਟਿਨ ਅਮਰੀਕਾ 'ਚ ਸਰਜ ਹੋ ਰਿਹਾ। ਔਰ ਇਸ ਤੋਂ ਅੱਗੇ ਜਿਹੜੀਆਂ ਨੈਸ਼ਨਲ ਇਲੈਕਸ਼ਨ ਹੋਣੀਆਂ ਅਗਲੇ 2 ਸਾਲਾਂ 'ਚ, ਇਹ ਬਹੁਤ ਸਾਰੀਆਂ G20 ਕੰਟਰੀਜ਼, ਜਿਹੜੀ ਅੱਜ G20 ਦਾ ਸੰਮੇਲਨ ਇੰਡੀਆ 'ਚ ਹੋਣ ਜਾ ਰਿਹਾ, ਉਹਨਾਂ ਦੀਆਂ ਬਹੁਤ ਇਲੈਕਸ਼ਨ ਹੈ। ਫਾਰ ਐਗਜ਼ਾਮਪਲ ਇੰਪੋਰਟੈਂਟ ਵਨਸ ਯੂਨਾਈਟਿਡ ਸਟੇਟਸ, ਜਿਹੜੀ ਓਲਡੈਸਟ ਡੈਮੋਕ੍ਰੇਸੀ, ਇੰਡੀਆ ਦੀ ਲਾਰਜੈਸਟ ਡੈਮੋਕ੍ਰੇਸੀ, ਸਾਊਥ ਅਫਰੀਕਾ, ਟਰਕੀ, ਅਰਜਨਟਾਈਨਾ, ਮੈਕਸੀਕੋ ਐਂਡ ਇੰਡੋਨੇਸ਼ੀਆ, ਇੱਥੇ ਇਲੈਕਸ਼ਨ ਹੋਣ ਜਾ ਰਹੀ। ਹੁਣ ਇਹ ਜਿਹੜੀਆਂ ਇਲੈਕਸ਼ਨਸ ਹੈ ਅੱਗੋਂ ਆਪਣੇ ਆਪਣੇ ਕਿਆਫੇ ਹੈ। ਅਗਰ ਇਲੈਕਸ਼ਨਸ ਲੈਸ ਸੈਂਟਰਿਸਟ ਲੀਡਰਸ ਜਿਹੜੇ ਕਿ ਕੋਈ ਗੁਰੇਜ਼ ਨਹੀਂ ਕਰਦੇ ਐਕਸਟ੍ਰੀਮ ਪਾਲਿਸੀਜ਼ ਅਡਾਪਟ ਕਰਨ ਨੂੰ, ਪਰ ਇਕਨੋਮਿਕ ਸੁਪਰ ਪਾਵਰਸ, ਇਹ ਜਿਹੜੀ ਇਹਨਾਂ ਦੀ ਕੋਲੀਸ਼ਨ ਹੈ ਉਹਨੂੰ ਫ੍ਰੈਕਚਰ ਹੋਣ ਦਾ ਵੀ ਖਦਸ਼ਾ ਹੈ। ਇਹ ਫਿਰ ਗਲੋਬਲ ਜਿਹੜੀਆਂ ਕੋਲੈਬੋਰੇਸ਼ਨਸ ਹੈ ਉਹ ਲਿਮਿਟ ਹੋ ਸਕਦੀਆਂ, ਔਰ ਐਮਰਜੈਂਸ ਆਫ ਮੋਰ ਪੋਲੀਟੀਕਲ ਡਾਇਨਾਮਿਕਸ ਅਰਾਊਂਡ ਦਾ ਵਰਲਡ। ਹੁਣ ਅੱਗੋਂ ਸਵਾਲ ਆਉਂਦਾ ਹੈ ਵੀ ਇਹ ਜੇ ਇਲੈਕਸ਼ਨਾਂ ਹੋ ਕੇ what can be the new economic ਤੇ political possibilities around the globe? So, yes. ਹਾਂ, ਇਹ ਹੋ ਸਕਦਾ। ਦੇਖੋ, emergence of Asia as a big economic power, ਇਹਦੇ 'ਚ ਕੋਈ ਡਾਊਟ ਨਹੀਂ ਰਹਿ ਗਿਆ। ਚਾਈਨਾ ਨੰਬਰ 2 ਇਕਾਨਮੀ ਹੈ GDP 'ਚ ਤੇ ਇੰਡੀਆ ਨੰਬਰ 5। ਇਸ ਤੋਂ ਅੱਗੇ ਇਹ ਹੋਰ ਵੀ ਜਿਹੜੀਆਂ ਚਾਈਨਾ ਸਪੈਸ਼ਲੀ ਜਿਹੜਾ ਹੈ ਐਂਡ ਟੂ ਸਮ ਐਕਸਟੈਂਟ ਇੰਡੀਆ, ਇਹ ਇੰਟਰਨੈਸ਼ਨਲ ਗਲੋਬਲ ਰੋਲ ਇਨ ਇੰਟਰਨੈਸ਼ਨਲ ਸਿਕਿਉਰਿਟੀ ਐਂਡ ਇਕਨੋਮਿਕਸ ਇਹ ਪਲੇ ਕਰਨਗੇ। ਤੇ ਜਿਹੜਾ US ਐਂਡ ਇੰਡੀਆ ਉਹ ਆਪਸ 'ਚ ਬਹੁਤ ਕਲੋਜ਼ ਹੋ ਰਹੇ ਆ, ਜਿਹਨੂੰ ਕਿ ਚਾਈਨਾ ਬੜਾ ਕੇਅਰਫੁਲੀ ਇਹ ਵਾਚ ਕਰ ਰਿਹਾ। ਇਸ ਤੋਂ ਅੱਗੇ ਹੁਣ ਅਮਰੀਕਾ ਨੀਡਸ ਇੰਡੀਆ ਇਨ ਏਸ਼ੀਆ, ਪਰ ਐਟ ਦਾ ਸੇਮ ਟਾਈਮ ਉਹ ਚਾਈਨਾ ਨਾਲ ਵੀ ਜਿਹੜੀ ਡਾਇਰੈਕਟ ਕਨਫਰੰਟੇਸ਼ਨ ਹੈ ਉਹ ਲੈਣੀ ਨਹੀਂ ਚਾਹੁੰਦਾ। ਐਂਡ ਸੇਮ ਇਜ਼ ਟਰੂ ਵਿਦ ਇੰਡੀਆ ਅਮਰੀਕਾ ਨਾਲ ਕੋਲੈਬੋਰੇਸ਼ਨ, ਕਿਉਂਕਿ ਦੇ ਆਰ ਬੋਥ ਲਿਬਰਲ ਡੈਮੋਕ੍ਰੇਸੀਜ਼, ਉਹ ਆਪਣਾ ਹੱਥ ਵਧਾਉਣਾ ਚਾਹੁੰਦੇ ਆ। ਸੋ ਇਹਦਾ ਮਤਲਬ ਹੈ ਨੰਬਰ ਵਰਲਡ ਇਕਾਨਮੀ 1 ਐਂਡ ਨੰਬਰ 5। ਪਰ ਉਹ ਐਟ ਦਾ ਸੇਮ ਟਾਈਮ ਇੰਡੀਆ ਵੀ ਚਾਈਨਾ ਨਾਲ ਰਿਲੇਸ਼ਨ ਖਰਾਬ ਨਹੀਂ ਕਰਨੇ ਚਾਹੁੰਦਾ। ਦੇਖੋ, ਜੇ ਅੱਗੋਂ ਜਿਹੜਾ ਰਸ਼ੀਆ ਉਹ ਕੋਈ ਕਮਜ਼ੋਰੀ ਨਹੀਂ ਦਿਖਾ ਰਿਹਾ ਵੀ ਉਹ ਵਾਰ ਖਤਮ ਕਰਨ ਦੇ ਮੂਡ ਵਿੱਚ ਕੋਈ ਨਹੀਂ। ਸੋ ਉਹਦੇ 'ਚ ਮਿਲੀਅਨਸ ਆਫ ਪੀਪਲ ਜਿਹੜੇ ਆ ਉਹ ਰਿਫਿਊਜੀ ਬਣ ਗਏ ਆ ਅਰਾਊਂਡ ਯੂਕਰੇਨ। ਉਹ ਕੁਛ ਬੈਲਾਰੂਸ 'ਚ ਚਲ ਗਏ, ਕੁਛ ਪੋਲੈਂਡ 'ਚ ਚਲ ਗਏ, ਉਹ ਕੋਈ 10 ਮਿਲੀਅਨ ਦੇ ਲਾਗੇ ਲੋਕ ਜਿਹੜੇ ਆ ਉਹ ਡਿਸਪਲੇਸ ਹੋ ਗਏ ਆ, ਰਿਫਿਊਜੀ ਕੈਂਪਾਂ 'ਚ ਸਫ਼ਰ ਕਰ ਰਹੇ ਆ। ਬਹੁਤ ਭਾਰੀ ਜਿਹੜਾ ਉਹਦਾ ਖਰਚ ਹੈ। ਇਸ ਤੋਂ ਅੱਗੇ ਹੁਣ ਅਮਰੀਕਾ ਇੰਡੀਆ ਨੂੰ ਡਾਇਰੈਕਟਲੀ ਨਹੀਂ ਕਹਿੰਦਾ ਵੀ ਤੂੰ ਰਸ਼ੀਆ ਨੂੰ
कोई अपील कर। पर एट द सेम टाइम अगर अमेरिका ने सैंक्शन लाए हैं, अमेरिका इंडिया उन्होंने अमेरिका का अलाई भी बन रहा है, पर वो कोई सैंक्शन नहीं लाते, रादर वो रशिया तो चीप एनर्जी ते गैस लै रहे हैं, क्योंकि वो इंडिया की लोड़ है, असी उस बहुत डेफिशिएंट है। सो इस करके वो इंडियन ते रशिया का भी जोड़ा ट्रेड है वो वधिया। हुण अगों है कि ਤਾਂ ਆਪਾਂ ਪੋਸੀਬਿਲਿਟੀਜ਼ ਦੀ ਗੱਲ ਕਰ ਲਈ, ਰਿਸਕ ਦੇਖ ਲਿਆ, ਕਨਸੀਕੁਐਂਸਸ ਦੇਖ ਲਏ ਇਹਨਾਂ ਚੀਜ਼ਾਂ ਦੇ, ਪਰ ਐਟ ਦੀ ਐਂਡ ਤੁਹਾਡਾ ਮੈਸੇਜ ਗਲੋਬ ਦੇ ਜਿਹੜੇ ਲੀਡਰਸ ਆ ਜਾਂ ਯੰਗ ਜਨਰੇਸ਼ਨ ਹੈ, ਤੁਹਾਡਾ ਮੈਸੇਜ ਕੀ ਰਹੂਗਾ ਇਨ ਆਰਡਰ ਜੇ ਸੋਲੂਸ਼ਨ ਵੱਲ ਵਧਿਆ ਜਾਵੇ, ਕੁਝ ਪੋਜ਼ਿਟਿਵਿਟੀ ਵੱਲ ਜਾਇਆ ਜਾਵੇ ਤਾਂ? ਹਾਂਜੀ, ਸਭ ਤੋਂ ਪਹਿਲਾਂ ਤਾਂ ਹੈ ਕਿ ਵਰਲਡ ਲੀਡਰਸ ਨੂੰ ਇਕੱਠੇ ਹੋ ਕੇ ਰਸ਼ੀਆ ਨੂੰ ਅਪੀਲ ਕਰਨੀ ਚਾਹੀਦੀ ਹੈ, ਯੂਕਰੇਨ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉੱਥੇ ਵਾਰ ਜਿਹੜੀ ਹੈ ਐਂਡ ਹੋਵੇ, ਉਹਦੇ ਨਾਲ ਹਿਊਮਨ ਸਫਰਿੰਗਸ ਐਂਡ ਹੋਵੇ। ਇਸ ਤੋਂ ਅੱਗੇ ਜਿਹੜੇ ਬਾਕੀ ਹਾਟ ਸਪਾਟਸ ਹੈ ਵਰਲਡ ਦੇ, ਜਿੱਥੇ ਛੋਟੇ ਛੋਟੇ ਇੰਟਰਨੈਸ਼ਨਲ ਕਨਫਲਿਕਟਸ ਹੈ, ਉਹ ਵੀ ਹਟਣੇ ਚਾਹੀਦੇ ਹੈ। ਮੁੜ ਕੇ ਜਿਹੜੀ ਸਾਡੀ ਸਾਇੰਸ ਤੇ ਟੈਕਨੋਲੋਜੀ ਇੰਨੀ ਡਿਵੈਲਪ ਹੋਈ ਹੈ ਪੋਸਟ ਵਰਲਡ ਵਾਰ ਐਰਾ, ਐਂਡ ਜਿਹੜੀ ਗਲੋਬਲ ਲਿਬਰਲ ਇਕਾਨਮੀ 1991, ਉਹਦਾ ਫਾਇਦਾ ਲਿਆ ਜਾਏ ਔਰ ਦੁਨੀਆ ਨੂੰ ਇੱਕ ਚੰਗਾ ਪਲੇਸ ਬਣਾਇਆ ਜਾਏ ਜਿੱਥੇ ਸਾਡੀਆਂ ਫਿਊਚਰ ਜਨਰੇਸ਼ਨ ਪੀਸਫੁਲੀ ਸੇਫ ਤੇ ਕਲੀਨ ਵਰਲਡ 'ਚ ਰਹਿ ਸਕਣ। ਕਿਉਂਕਿ ਜਿਹੜੀ ਸਾਡੀ ਇਹ ਕਾਮਨਸ ਆ, ਕਾਮਨਸ ਕੀ ਹੁੰਦੇ ਆ ਦੁਨੀਆ ਦੇ, ਉਹ ਹੈ ਸਾਡੀ ਲੈਂਡ, ਵਾਟਰ, ਏਅਰ, ਪੀਸ ਐਂਡ ਹਾਰਮਨੀ, ਸਮਾਜਿਕ ਏਕਤਾ। ਇਹ ਸਾਨੂੰ ਵਿਰਸੇ 'ਚ ਮਿਲਦੀਆਂ, ਇਹ ਸਾਨੂੰ ਪ੍ਰੋਟੈਕਟ ਕਰਕੇ ਰੱਖਣੀਆਂ ਚਾਹੀਦੀਆਂ ਕਿ ਅਗਲੀ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਹੈ ਉਹਨਾਂ ਨੂੰ ਵੀ ਅਸੀਂ ਦੇ ਸਕੀਏ। ਹੁਣ ਜਿਹੜਾ ਸੋਸ਼ਲ ਕੋਹੀਜਨ ਹੈ ਉਹ ਆਲ ਅਰਾਊਂਡ ਦਾ ਗਲੋਬਲ ਕਮਿਊਨਿਟੀ ਬਹੁਤ ਇੰਪੋਰਟੈਂਟ ਹੈ ਫਾਰ ਏ ਬੈਟਰ ਪ੍ਰੋਗਰੈਸ। ਸੋ ਹੁਣ ਜਿਹੜੀਆਂ ਯੰਗਰ ਜਨਰੇਸ਼ਨਸ ਹੈ ਉਹਨਾਂ ਨੂੰ ਮੇਰੀ ਇਹ ਅਪੀਲ ਹੈ ਕਿ ਦੇ ਸ਼ੁੱਡ ਫੀਲ ਦਾ ਸੈਂਸ ਆਫ ਅਰਜੈਂਸੀ, ਔਰ ਉਹ ਬਿਗਨ, ਉਹ ਸਟਾਰਟ ਕਰਨ, ਉਹ ਪਾਰਟਿਸਿਪੇਟ ਕਰਨ, ਉਹ ਇਹਨਾਂ ਮੁੱਦਿਆਂ ਦੇ ਨਾਲ ਫੈਮਿਲੀਅਰ ਹੋਣ, ਤੇ ਜਦੋਂ ਵੋਟ ਦਾ ਟਾਈਮ ਆਉਂਦਾ ਉਹ ਸੋਚ ਸਮਝ ਕੇ ਆਪਣੇ ਆਪ ਨੂੰ ਉਹ ਇਹਨਾਂ ਚੀਜ਼ਾਂ ਤੋਂ ਸਮਝ ਕੇ ਉਹ ਆਪਣਾ ਵੋਟ ਪਾਉਣ। ਕਿਉਂਕਿ ਵੋਟ ਤੁਹਾਡੀ ਇੱਕ ਪਾਵਰ ਹੈ ਜਿਹੜੀ ਸੁਸਾਇਟੀ ਨੂੰ ਉੱਤੇ ਲਿਜਾ ਸਕਦੀ ਹੈ। ਤੋ ਇਸ ਕਰਕੇ ਜਿਹੜੀ ਯੰਗਰ ਜਨਰੇਸ਼ਨ ਹੈ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਰਿਸਪਾਂਸਿਬਿਲਿਟੀ ਬਹੁਤ ਹੈ। ਅੱਜ ਦੇ ਦਿਨ 'ਚ ਕੰਟਰੀ ਲਾਈਕ ਇੰਡੀਆ, ਉਹਨਾਂ ਦਾ ਯੂਥ ਨੰਬਰ ਬਹੁਤ ਜ਼ਿਆਦਾ ਹੈ ਫਰਮ ਰੈਸਟ ਆਫ ਦਾ ਵਰਲਡ। ਸੋ ਇਸ ਕਰਕੇ ਇਹ ਜਿਹੜੀਆਂ ਬਿਗੇਸਟ ਡੈਮੋਕ੍ਰੇਸੀ ਕੰਟਰੀ ਦੀਆਂ, ਵੈਸੇ ਤਾਂ ਕੋਈ ਵੀ ਕੰਟਰੀ ਹੋਵੇ, ਜਿਹੜਾ ਉਹਦਾ ਯੂਥ ਹੈ ਉਹ ਉਹਨਾਂ ਦਾ ਇੱਕ ਵੈਲਥ ਹੁੰਦਾ ਹੈ, ਔਰ ਉਹ ਵੈਲਥ ਜਿਹੜਾ ਹੈ ਉਹਨਾਂ ਨੂੰ ਖੁਦ ਇਹ ਸਿਸਟਮਸ ਨੂੰ ਸਮਝਣਾ ਚਾਹੀਦਾ। ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਸਿੰਪਲ ਫਾਰਮ 'ਚ ਇੰਟਰਨੈਟ, ਗੂਗਲ ਦੇ ਥਰੂ ਅਵੇਲੇਬਲ ਹੈ, ਥੋੜ੍ਹੀ ਉਹਨਾਂ ਨੂੰ ਫੈਮਿਲੈਰਿਟੀ ਕਰਨੀ ਚਾਹੀਦੀ ਹੈ। ਸਮਾਜ ਦੇ ਵਿੱਚ ਉਹਨਾਂ ਨੂੰ ਕਨੈਕਟਡ ਰਹਿਣਾ ਚਾਹੀਦਾ ਹੈ, ਔਰ ਜਿਹੜੇ ਚੰਗੇ ਸਮਾਜ ਦੇ ਜਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਉਹਨਾਂ ਨੂੰ ਡਾਕਟਰ ਸਾਹਿਬ, ਆਪਾਂ ਇਨ ਜਨਰਲ ਕਾਫੀ ਗੱਲਾਂ ਵਿਚਾਰ ਲਈਆਂ, ਆਪਾਂ ਵੀ ਦੇਖ ਲਿਆ ਵੀ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਗੱਲ ਹੁੰਦੀ ਹੈ ਕਿ ਜਦੋਂ ਪ੍ਰੋਬਲਮਾਂ ਇੰਨੀਆਂ ਵੱਧ ਜਾਣ ਫਿਰ ਇੱਕ ਇੱਕ ਕਰਕੇ ਲਓ, ਨਾ ਕਿ ਇਕੱਠੀਆਂ ਤਾਂ ਕੋਈ ਸੋਲਵ ਨਹੀਂ ਹੁੰਦੀਆਂ ਗੀਆਂ। ਇਨ ਯੂਰ ਓਪੀਨੀਅਨ ਵਾਟਸ ਦ ਸੋਸ਼ਲ ਨੀਅਰੈਸਟ ਸੋਸ਼ਲ ਇਸ਼ੂਜ਼ that you think that can be solved first and easily? ਮੇਰੇ ਵਾਸਤੇ ਗੁਰਲਾਲ ਜੀ ਜਿਹੜੀ ਪਾਵਰਟੀ ਹੈ, ਜਿਹੜੀ ਇਨਸਾਨ ਦੀ ਹੈਲਪਲੈਸਨੈਸ ਹੈ, ਜਿਹੜੀਆਂ ਹਿਊਮਨ ਜੇ ਆਪਾਂ ਇਕੱਠੇ ਵਿਚਾਰ ਲਈਏ, ਪਾਵਰਟੀ ਐਂਡ ਹੰਗਰ, ਪਾਵਰਟੀ, ਹੰਗਰ, ਹੈਲਪਲੈਸਨੈਸ ਐਂਡ ਹਿਊਮਨ ਐਕਸਪਲੋਇਟੇਸ਼ਨ, ਜਿਹੜੀ ਗਰੀਬੀ, ਬੇਵਸੀ ਦੀ ਪੀੜ ਤੇ ਜਿਹੜਾ ਮਨੁੱਖੀ ਸ਼ੋਸ਼ਣ ਹੈ ਉਹ ਘਟਾਉਣ ਵਾਸਤੇ ਅੱਜ ਦੇ ਦਿਨ 'ਚ ਬਹੁਤ ਜ਼ਰੂਰਤ ਹੈ। ਕਿਉਂਕਿ ਵਰਲਡ ਇਕਾਨਮੀਜ਼ ਬਹੁਤ ਗਰੋ ਹੋਈ ਹੈ, ਪਰ ਜਿਹੜਾ ਉਹਦੇ ਨਾਲ ਇਨਕਮ ਡਿਸਪੈਰਿਟੀਜ਼ ਬਹੁਤ ਹੋਈਆਂ। ਔਰ ਅੱਜ ਦੇ ਦਿਨ 'ਚ 21ਵੀਂ ਸੈਂਚੁਰੀ ਜਦੋਂ ਇੰਨੀ ਸਾਇੰਸ ਤੇ ਟੈਕਨੋਲੋਜੀ ਆ ਗਈ ਹੈ, ਉਹਦੇ 'ਚ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਵੀ ਪ੍ਰੋਪਰ ਪਲੇਸ ਮਿਲਣੀ ਚਾਹੀਦੀ ਹੈ। ਹੁਣ ਦੇਖਿਆ ਜਾਏ, ਦੇਖੋ ਵਰਲਡ ਜੇ ਗਲੋਬਲ ਹੋ ਗਿਆ, ਜੇ ਇਹਨਾਂ ਦੀ ਮਾਰਕੀਟ ਇੱਕ ਹੋ ਗਈ, ਜੇ ਇਹਨਾਂ ਦੀਆਂ ਕੋਲੈਬੋਰੇਸ਼ਨ ਹੋ ਗਈਆਂ,
ਤੇ ਉਹਦੇ ਨਾਲ ਜਿਹੜੀਆਂ ਇਹਨਾਂ ਦੀਆਂ ਸੁਸਾਇਟੀਜ਼ ਹੈ ਉਹ ਵੀ ਗਲੋਬਲ ਹੋ ਗਈਆਂ, ਜਿਹੜੀਆਂ ਇਹਨਾਂ ਦੀਆਂ ਪ੍ਰੋਬਲਮ ਤੇ ਚੈਲੰਜਸ ਹੈ ਉਹ ਵੀ ਗਲੋਬਲੀ ਜਿਹੜੀਆਂ ਐਡਰੈਸ ਕਰਨੀਆਂ ਚਾਹੀਦੀਆਂ। ਦੇਖੋ ਆਉਣ ਵਾਲੇ ਟਾਈਮ 'ਚ ਕਲਾਈਮੇਟ ਚੇਂਜ ਇੱਕ ਬਹੁਤ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ, ਉਹਦੇ ਨਾਲ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਡਿਸਪਲੇਸ ਹੋਣਗੇ। ਉਹਦਾ ਮੇਰਾ ਕਹਿਣ ਦਾ ਕੀ ਮਤਲਬ ਹੈ ਕਿ ਜਿਹੜੀਆਂ ਉਹ ਕੰਟਰੀਆਂ 'ਚ ਜਾਣਗੇ ਜਾਂ ਜਿੱਥੇ, ਕਿਉਂਕਿ ਜਦੋਂ ਇਨਸਾਨ ਨੂੰ ਮੌਤ ਨਜ਼ਰ ਆਉਂਦੀ ਹੈ ਉਹ ਉੱਥੋਂ ਉਹ ਜਗ੍ਹਾ ਛੱਡ ਜਾਂਦਾ, ਘਰ ਛੱਡਣਾ ਤਾਂ ਬਹੁਤ ਔਖਾ, ਪਰ ਉਹਦਾ ਮੈਸੇਜ ਕੀ ਹੈ? ਉਹਦੇ ਵਾਸਤੇ ਜਿਹੜੀਆਂ ਵਰਲਡ ਸੁਸਾਇਟੀਜ਼ ਹੈ ਉਹਨਾਂ ਨੂੰ ਟੋਲਰੈਂਸ ਡਿਵੈਲਪ ਕਰਨੀ ਪਏਗੀ ਅਗੇਂਸਟ ਵਨ ਐਂਡ ਅਦਰ। ਔਰ ਜਦੋਂ ਅਸੀਂ ਟੋਲਰੈਂਸ ਕਰਾਂਗੇ ਤੇ ਜਿਹੜੀ ਸਾਡੀ ਜਿਵੇਂ ਰਲ ਮਿਲ ਕੇ ਰਹਿਣ ਦੀ ਜਿਹੜੀ ਇੱਕ ਪ੍ਰਤੀਕਿਰਿਆ ਹੈ ਉਹ ਪੈਦਾ ਹੁੰਦੀ ਹੈ, ਉਹਦੇ ਨਾਲ ਫਿਰ ਸੁਸਾਇਟੀ ਕੋਹੀਜਨ ਹੁੰਦੀ ਹੈ, ਉਹਦੇ ਨਾਲ ਹੀ ਸਭ ਕੁਝ ਚੱਲਦਾ। ਅਗਰ ਸੁਸਾਇਟੀ ਹੈਲਦੀ ਹੈ, ਤੁਹਾਡਾ ਏਰੀਆ ਰੀਜਨ ਹੈਲਦੀ ਹੈ, ਤੁਹਾਡੀ ਗਵਰਨਮੈਂਟ ਹੈਲਦੀ ਹੈ, ਤੁਹਾਡੀ ਇਕਾਨਮੀ ਹੈਲਦੀ ਹੈ, ਤੁਹਾਡੀ ਪ੍ਰੋਗਰੈਸ ਹੈਲਦੀ ਹੈ। ਸੋ ਜੀ ਇਸ ਕਰਕੇ ਬੜਾ ਚੰਗੇ ਤਰੀਕੇ ਨਾਲ ਤੁਸੀਂ ਸਮਝਾਇਆ ਵੀ ਗਲੋਬਲੀ ਪ੍ਰੋਬਲਮ ਇਹ ਹੈ, ਸੋਸਾਇਟਲ ਇਰੋਜਨ ਦਾ ਆਹ ਕਨਸੀਕੁਐਂਸਿਸ ਹੋਣਗੇ, ਰਿਸਕ, ਉਸ ਤੋਂ ਬਾਅਦ ਕਨਸੀਕੁਐਂਸਿਸ, ਫਿਰ ਉਹਦਾ ਸੋਲਿਊਸ਼ਨ ਵੱਲ ਵੀ ਆਪਾਂ ਗਏ ਕਿ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਹੰਗਰ ਜਾਂ ਪਾਵਰਟੀ ਨੂੰ ਲੈ ਲੈਂਦੇ ਹਾਂ, ਪਰ ਉਹਦੇ ਲਈ ਰੀਸੋਰਸਿਸ ਚਾਹੀਦੇ, ਰਾਈਟ? ਰੀਸੋਰਸਿਸ ਜਿਹੜੇ ਰੈਗੂਲਰ ਖਾਸ ਕਰਕੇ ਕਰੋਨਾ ਤੋਂ ਬਾਅਦ ਘਟ ਰਿਹਾ ਓਵਰਆਲ ਗਲੋਬਲੀ, ਆਪਾਂ ਉਹਦੇ ਉੱਤੇ ਵੀ ਇੱਕ ਦਿਨ ਕੰਮ ਕਰਾਂਗੇ ਕਿ ਰੀਸੋਰਸਿਸ ਹੋਰ ਕਿੱਦਾਂ ਵਧਾਏ ਜਾਣ, ਠੀਕ ਹੈ ਨਾ? ਕੋਈ ਵੀ ਜਿੱਦਾਂ ਜੇ ਸਿੰਪਲ ਭਾਸ਼ਾ ਨਾਲ ਆਪਾਂ ਗੱਲ ਕਰੀਏ ਕਿ ਗਰੀਬੀ ਹੈ ਜਿਹੜੀ ਹੈ ਕਿਉਂ ਹੁੰਦੀ ਹੈ, ਕਿਉਂਕਿ ਲੋਕ ਕੰਮ ਕਰਨਾ ਮੰਗਦੇ ਪਰ ਕੰਮ ਹੁੰਦਾ ਨਹੀਂ ਹੈ। ਮੰਨਦੇ ਇਸ ਗੱਲ ਨੂੰ ਡਾਕਟਰ ਸਾਹਿਬ? ਉਹ ਕੰਮ ਕ੍ਰੀਏਸ਼ਨ ਕਿੱਦਾਂ ਕਰੀ ਜਾਏ? ਪਾਪੂਲੇਸ਼ਨ ਤਾਂ ਰੈਗੂਲਰ ਵਧ ਹੀ ਰਹੀ ਹੈ ਨਾ। ਮੈਂ ਲਾਸਟ ਗੱਲ ਕਹਿਣੀ ਚਾਹੁੰਦਾ ਜੇ ਟਾਈਮ ਹੈ ਤਾਂ। ਜੀ ਦੇਖੋ ਜਿਵੇਂ ਇਹ ਨੈਚੁਰਲ ਡਿਜ਼ਾਸਟਰ, ਦੂਜੇ ਕਨਫਲਿਕਟਸ, ਇਹ ਤਾਂ ਹੋ ਗਏ। ਜਿਹੜੇ ਆਪਾਂ ਪਰਿਵਾਰ ਨੂੰ ਵੀ ਚਲਾਉਣਾ ਹੋਵੇ, ਜਿਹੜੇ ਅਨਵਾਂਟਡ ਖਰਚ ਹੈ, ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ, ਅਮਰੀਕਾ ਅੱਜ ਦੇ ਦਿਨ 'ਚ $1.5 ਟ੍ਰਿਲੀਅਨ ਡਰੱਗ ਕੰਟਰੋਲ, ਲਾ ਇਨਫੋਰਸਮੈਂਟ, ਜਿਹੜੀਆਂ ਉਹਦੇ ਤੋਂ ਲੋਕ ਸਫਰ ਹੁੰਦੇ ਆ, ਜਿਹੜੀ ਉਹਨਾਂ ਦੀ ਹੈਲਥ ਟ੍ਰੀਟਮੈਂਟ ਕਰਾਉਂਦੇ ਆ, ਜਿਹੜੀ ਸੁਸਾਇਟੀ ਦੇ ਵਿੱਚ ਬਿਮਾਰੀਆਂ, ਲਿਵਰ ਫੇਲਿਅਰ, ਅਲਕੋਹਲ ਐਡਿਕਸ਼ਨ, ਡਰੱਗ ਐਡਿਕਸ਼ਨ, ਮਾਰਵਾਨਾ, ਕੋਕੇਨ, ਹੀਰੋਇਨ, ਉਹਨੂੰ ਇਹ ਇੰਨੇ ਪੈਸੇ ਲਾਉਂਦਾ। ਐਵੇਂ ਹੀ ਦੁਨੀਆ ਵਰਲਡ ਕਾਨਫਲਿਕਟਸ ਤੇ ਇੱਕ ਦੂਜੇ ਤੋਂ ਸੁਪਰਮੇਸੀ ਕਰਨ ਨੂੰ ਪੈਸੇ ਲਾਈ ਤੁਰੀ ਜਾਂਦੀ ਹੈ। ਇਹ ਅਗਰ ਅਸੀਂ ਪੈਸੇ ਬਚਾਈਏ ਤੇ ਜਿਹੜੀਆਂ ਸਾਡੀਆਂ ਆਉਣ ਵਾਲੇ ਦਿਨ ਹੈ ਅਸੀਂ ਉਹ ਸੁਖਾਲੇ ਕੱਟ ਸਕਦੇ। ਬੇਸਿਕਲੀ ਤੁਸੀਂ ਆਹ ਗੱਲ ਕਹਿ ਕੇ ਨਾ ਮੇਰਾ ਜਿਹੜਾ ਕੁਐਸਚਨ ਸੀ ਉਹਨੂੰ ਕਾਫੀ ਹੱਦ ਤੱਕ ਆਨਸਰ ਕਰ ਦਿੱਤਾ ਕਿ ਰਿਸੋਰਸਿਸ ਲਈ ਮਨੀ ਚਾਹੀਦੀ ਹੈ। ਤੁਸੀਂ ਕਿਹਾ ਵੀ ਹਾਂ ਆਪਾਂ ਉੱਧਰ ਲਾ ਰਹੇ ਹਾਂ, ਹੁਣ ਐਡਿਕਸ਼ਨ ਨੂੰ ਰੋਕ ਕੇ ਜੇ ਉਹ ਪੈਸਾ ਆਪਾਂ ਇੱਧਰ ਲਾਈਏ, ਰਿਸੋਰਸਿਸ ਹੋਰ ਹੋ ਜਾਣ ਤਾਂ ਕਿਤੇ ਨਾ ਕਿਤੇ ਪ੍ਰੋਬਲਮ ਸੋਲਵ ਹੋ ਸਕਦੀ ਹੈ। ਪਰ ਓਵਰਆਲ ਜਿਹੜੀ ਸੋਸਾਇਟਲ ਇਰੋਸ਼ਨ ਤੇ ਜਿਹੜੀ ਤੁਸੀਂ ਪੋਲਰਾਈਜੇਸ਼ਨ ਤੇ ਗੱਲ ਕੀਤੀ ਡਾਕਟਰ ਸਾਹਿਬ, ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਹੈਲਪਫੁਲ ਸੀਗੀ। ਹੋਪਫੁਲੀ ਯੂਥ ਇਹਦੇ ਉੱਤੇ ਜ਼ਰੂਰ ਗੌਰ ਕਰੇਗਾ। ਔਰ ਆਪਣੇ ਕੋਲ ਜਿਹੜਾ ਇਨਵਾਇਰਨਮੈਂਟ ਤੇ ਇੱਕ ਸਪੈਸ਼ਲ ਪ੍ਰੋਗਰਾਮ ਹੋ ਰਿਹਾ ਆਪਾਂ ਆਉਣ ਵਾਲੇ ਟਾਈਮ 'ਚ ਕਰਾਂਗੇ। ਅੱਜ ਤੁਸੀਂ ਟਾਈਮ ਕੱਢਿਆ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ, ਤੁਹਾਡਾ ਵੀ, ਔਰ ਜਸਟ ਟੀਵੀ ਦਾ ਜਿੰਨੇ ਮੈਨੂੰ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੋਣ ਦਾ। ਔਰ ਉਮੀਦ ਕਰਦਾ ਕਿ ਤੁਸੀਂ ਜ਼ਿੰਦਗੀ 'ਚ ਇਹੋ ਜਿਹੇ ਪ੍ਰੋਗਰਾਮ ਕਰਦੇ ਰਹੋਗੇ ਔਰ ਰੱਬ ਤੁਹਾਨੂੰ ਦਿਨ ਦੂਣੀ ਰਾਤ ਚੌਣੀ ਤਰੱਕੀ ਬਖਸ਼ੇ। ਸਤਿ ਸ਼੍ਰੀ ਅਕਾਲ ਸਰ। ਤੁਹਾਨੂੰ ਦਰਸ਼ਕੋ, ਸਰ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਸਾਡੇ ਨਾਲ ਜੁੜੇ ਹੋਏ ਨੇ। ਬੜਾ ਐਕਸਪੀਰੀਅੰਸ ਹੈ ਜ਼ਿੰਦਗੀ ਦਾ ਉਹਨਾਂ ਦਾ। ਸੋਸ਼ਲ ਇਰੋਸ਼ਨ ਤੇ ਆਪਾਂ ਸੋਸਾਇਟਲ ਇਰੋਸ਼ਨ ਤੇ ਪੋਲਰਾਈਜੇਸ਼ਨ ਤੇ ਗੱਲ ਕੀਤੀ ਤੇ ਕਨਸੀਕੁਐਂਸਿਸ ਤੇ। ਬਹੁਤ ਵੱਡਾ ਇਸ਼ੂ ਇਨਵਾਇਰਨਮੈਂਟ ਦਾ ਵੀ ਆਉਣ ਵਾਲਾ ਹੈ। ਤੁਸੀਂ ਦੇਖ ਰਿਹਾ ਕਿੱਦਾਂ ਇਨਵਾਇਰਨਮੈਂਟ ਚੇਂਜ ਹੁੰਦਾ, ਉੱਤੇ ਵੀ ਪ੍ਰੋਗਰਾਮ ਕਰਾਂਗੇ। ਟਿੱਪਣੀਆਂ ਦੀ ਵੇਟ ਰਹੂਗੀ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਰਿਹਾ। ਯੂਥ ਨੂੰ ਮੈਂ ਅਪੀਲ ਕਰਦਾ ਕਿ ਜ਼ਰੂਰ ਸੁਣੋ ਅਤੇ ਉੱਤੇ ਗੌਰ ਕਰੋ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ। ਮੈਨੂੰ ਗੁਰਲਾਲ ਨੂੰ ਦੇ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।